ਸਿੰਘਾਂ ਦੇ ਪਾਸੋਂ ਪਿਛਲੇ ਪ੍ਰਸੰਗਾਂ ਦੇ ਵਿੱਚ ਸ਼ਰਵਣ ਕੀਤਾ ਸੀ। ਸੋ ਰਹੋ ਵਿਚਾਰ। ਸੋ ਇਹ ਜੋ ਧੋਬਣ ਹੈ ਇਹ ਰੁੱਖ ਦੇ ਉੱਪਰ ਅਸਵਾਰੀ ਕਰਕੇ ਚੜ੍ਹ ਕੇ ਆਈ ਹੈ, ਕਿਉਂਕਿ ਸਾਧ ਸੰਗਤ ਜੀ ਇਸ ਧੋਬਣ ਨੇ ਬਹੁਤ ਤੰਤਰ ਮੰਤਰ ਜੰਤਰ ਸਿੱਧ ਕੀਤੇ ਹਨ। ਆਪਣੀਆਂ ਸ਼ਕਤੀਆਂ ਦੇ ਨਾਲ ਇਹ ਰੁੱਖ ਨੂੰ ਅਸਮਾਨ ਦੇ ਵਿੱਚ ਉਡਾ ਰਹੀ ਸੀ। ਜਦੋਂ ਬਿਸ਼ਨ ਸਿੰਘ ਦੀ ਫੌਜ ਨੇ ਇਹਨਾਂ ਇਸਤਰੀਆਂ ਨੂੰ ਜਾਦੂਗਰਨੀਆਂ ਨੂੰ ਦੇਖਿਆ ਹੈ ਨਾ, ਸੋ ਇਹ ਬਹੁਤ ਹੀ ਜ਼ਿਆਦਾ ਹੈਰਾਨ ਹੋ ਗਏ ਹਨ, ਡਰਦੇ ਸਹਿਤ ਹੋਏ ਹਨ। ਤਦੋਂ ਬਿਸ਼ਨ ਸਿੰਘ ਰਾਜੇ ਨੇ ਇੱਕ ਜੋ ਸਿਪਾਹੀ ਸੀ ਉਸ ਨੂੰ ਬਹੁਤ ਛੇਤੀ ਦੇ ਨਾਲ ਸਤਿਗੁਰੂ ਸਾਹਿਬ ਜੀਆਂ ਦੇ ਪਾਸ ਭੇਜਿਆ ਹੈ। ਸਤਿਗੁਰੂ ਸਾਹਿਬ ਜੀਆਂ ਨੇ ਇਸ ਧੋਬਣ ਦੀ ਸਾਰੀ ਸ਼ਕਤੀ ਖਿੱਚ ਲਈ ਹੈ। ਸੋ ਇਹ ਜੜ ਰੂਪ ਹੋ ਗਈ ਹੈ। ਜਿੱਥੇ ਖੜੀ ਸੀ ਸੋ ਉੱਥੇ ਤਿਵੇਂ ਹੀ ਜੜ ਰੂਪ ਹੋ ਕਰਕੇ ਖੜੀ ਹੈ, ਜਿਸ ਤਰ੍ਹਾਂ ਕੰਧ ਦੇ ਉੱਤੇ ਕੋਈ ਫੋਟੋ ਲੱਗੀ ਹੋਵੇ। ਸੋ ਇਸ ਤਰ੍ਹਾਂ ਜਦੋਂ ਇਸ ਦੀ ਸ਼ਕਤੀ ਸਾਰੀ ਖਿੱਚ ਲਈ ਹੈ, ਸੋ ਉਹ ਦੂਸਰੀਆਂ ਜਿਹੜੀਆਂ ਜਾਦੂਗਰਨੀਆਂ ਸਨ ਸਾਰੀਆਂ ਭੱਜ ਗਈਆਂ ਹਨ। ਇਹ ਧੋਬਣ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਪੈ ਗਈ ਹੈ। ਸੋ ਸਤਿਗੁਰੂ ਸਾਹਿਬ ਜੀਆਂ ਦੇ ਇਹ ਸਾਰਾ ਜਦੋਂ ਕੌਤਕ ਵਰਤਾਇਆ ਹੈ ਨਾ, ਬਿਸ਼ਨ ਸਿੰਘ ਰਾਜੇ ਨੇ ਦੇਖਿਆ ਹੈ। ਇਸ ਦੇ ਸਾਰੇ ਸਿਪਾਹੀਆਂ ਨੇ ਇਹ ਕੌਤਕ ਆਪਣੀ ਅੱਖਾਂ ਦੇ ਨਾਲ ਦੇਖਿਆ ਹੈ। ਸੋ ਇਹਨਾਂ ਦੇ ਹਿਰਦਿਆਂ ਦੇ ਵਿੱਚੋਂ ਜਿਹੜਾ ਜਾਦੂ ਜੰਤਰਾਂ ਮੰਤਰਾਂ ਦਾ ਜੋ ਡਰ ਸੀ ਨਾ, ਉਹ ਥੋੜ੍ਹਾ ਇਹਨਾਂ ਨੂੰ ਰਾਹਤ ਹੋਈ ਹੈ। ਸੋ ਇਹ ਡਰ ਤੋਂ ਰਹਿਤ ਹੋਏ ਹਨ। ਰਾਜਾ ਬਿਸ਼ਨ ਸਿੰਘ ਸਤਿਗੁਰੂ ਸਾਹਿਬ ਜੀਆਂ ਦੇ ਚਰਨੀ ਜਾ ਡਿੱਗਾ ਹੈ, ਮਹਾਰਾਜ ਜੀਆਂ ਦੇ ਚਰਨਾਂ 'ਤੇ ਬਾਰ-ਬਾਰ ਨਮਸਕਾਰਾਂ ਕਰਦਾ ਹੈ। ਸੋ ਸਤਿਗੁਰੂ ਸਾਹਿਬ ਜੀਆਂ ਨੂੰ ਇਹ ਬੇਨਤੀ ਕਰਦਾ ਹੈ, ਸੱਚੇ ਪਾਤਸ਼ਾਹ ਜੀਓ, ਇਹ ਜਿੰਨੀ ਵੀ ਮੇਰੀ ਫੌਜ ਹੈ, ਸੱਚੇ ਪਾਤਸ਼ਾਹ ਜੀ ਸਾਰਿਆਂ ਦਾ ਆਪ ਜੀਆਂ ਦੇ ਉੱਤੇ ਅਟਲ ਭਰੋਸਾ ਹੈ, ਸਿਦਕ ਹੈ ਮਹਾਰਾਜ ਜੀ। ਸੋ ਸੱਚੇ ਪਾਤਸ਼ਾਹ ਜੀ ਅਸੀਂ ਆਪਣੇ ਘਰਾਂ ਨੂੰ ਛੱਡ ਕਰਕੇ ਇਹ ਕਾਮਰੂਪ ਦੇਸ਼ ਦੇ ਵਿੱਚ ਰਾਜੇ 'ਤੇ ਫਤਿਹ ਕਰਨ ਵਾਸਤੇ ਆਏ ਹਾਂ। ਹੇ ਗਰੀਬ ਨਿਵਾਜ ਸੁਆਮੀ, ਕਿਰਪਾ ਕਰੋ ਮਹਾਰਾਜ, ਬਹੁਤ ਲੰਮਾ ਸਮਾਂ ਬਤੀਤ ਹੋ ਗਿਆ ਹੈ। ਜੋ ਤੋਛੇ ਖਾਨੇ ਦੇ ਵਿੱਚ ਖਜ਼ਾਨਾ ਸੀ ਉਹ ਸਾਰਾ ਖਜ਼ਾਨਾ ਖਤਮ ਹੋ ਗਿਆ ਹੈ। ਸਾਰੀਆਂ ਫੌਜਾਂ ਬਹੁਤ ਹੀ ਵਿਆਕੁਲ ਹਨ। ਜੋ ਬ੍ਰਹਮਪੁੱਤਰ ਦਾ ਜੋ ਦਰਿਆ ਹੈ ਨਾ, ਹਜੇ ਤੱਕ ਉਹ ਦਰਿਆ ਤੱਕ ਨਹੀਂ ਅਸੀਂ ਪਾਰ ਕੀਤਾ, ਕਿਉਂਕਿ ਇਹ ਕਾਮਰੂਪ ਦਾ ਦੇਸ਼ ਦਾ ਜੋ ਰਾਜਾ ਸੀ ਸਾਧ ਸੰਗਤ ਜੀ, ਇਹ ਬ੍ਰਹਮਪੁੱਤਰ ਦਰਿਆ ਤੋਂ ਪਰਲੇ ਪਾਸੇ ਸੀ। ਸੋ ਇਹ ਬਿਸ਼ਨ ਸਿੰਘ ਦੀਆਂ ਫੌਜਾਂ ਸਤਿਗੁਰੂ ਸਾਹਿਬ ਜੀ ਉਰਲੇ ਪਾਸੇ ਸਨ। ਉਰਲੇ ਪਾਸੇ ਕੰਢੇ ਦੇ ਕਿਨਾਰੇ ਮਹਾਰਾਜ ਜੀਆਂ ਨੇ ਉੱਚੇ ਸਥਾਨ 'ਤੇ ਡੇਰਾ ਕੀਤਾ ਸੀ। ਸੋ ਤਦੋਂ ਇਹਨਾਂ ਨੇ ਸਤਿਗੁਰੂ ਸਾਹਿਬ ਜੀਆਂ ਨੂੰ ਬੇਨਤੀਆਂ ਕੀਤੀਆਂ ਹਨ, ਮਹਾਰਾਜ ਜੀ ਉਹ ਖਜ਼ਾਨਾ ਸਾਰਾ ਸਮਾਪਤ ਹੋ ਗਿਆ ਹੈ। ਸੋ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਰਾਜੇ ਬਿਸ਼ਨ ਸਿੰਘ ਨੂੰ ਆਖਿਆ ਕਿ ਹੇ ਰਾਜਨ ਘਬਰਾ ਨਾ, ਇਹ ਜੋ ਕਾਮਰੂਪ ਦੇਸ਼ ਹੈ ਨਾ, ਤੂੰ ਇਸ ਨੂੰ ਫਤਿਹ ਕਰ ਲਵੇਂਗਾ, ਤੇਰੀ ਜਿੱਤ ਹੋਵੇਗੀ। ਜੋ ਵਡਿਆਈ ਸੋਭਾ ਤੇਰੇ ਦਾਦੇ ਮਾਨ ਸਿੰਘ ਦੀ ਨਹੀਂ ਹੋਈ ਸੀ, ਉਸ ਤੋਂ ਜ਼ਿਆਦਾ ਤੇਰੀ ਵਡਿਆਈ ਹੋਵੇਗੀ। ਸੋ ਇਸ ਦੇ ਹਿਰਦੇ ਦੇ ਵਿੱਚ ਸਾਧ ਸੰਗਤ ਜੀ ਭਰੋਸਾ ਆਇਆ ਹੈ, ਇਸ ਦਾ ਯਕੀਨ ਹੋਰ ਪੱਕਾ ਹੋ ਗਿਆ ਹੈ। ਸੋ ਇਸ ਨੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੀ ਇਹ ਸੋਭਾ ਵਡਿਆਈ ਬਚਨਾਂ ਨੂੰ ਸੱਤ ਕਰਕੇ ਜਾਣਿਆ ਹੈ। ਸੋ ਇੱਧਰ ਜਿਹੜੀ ਧੋਬਣ ਸੀ, ਇਹਦੀਆਂ ਜੋ ਨਾਲ ਦੀਆਂ ਜੋ ਟੂਣੇ ਕਰਨ ਵਾਲੀਆਂ ਜਾਦੂਗਰਨੀਆਂ ਇਸਤਰੀਆਂ ਨਾਲ ਆਈਆਂ ਸਨ, ਉਹ ਸਾਰੀਆਂ ਇਹ ਕਾਮਰੂਪ ਦੇਸ਼ ਦੇ ਰਾਜੇ ਦੇ ਪਾਸ ਗਈਆਂ ਹਨ। ਉਹ ਉਸ ਨੂੰ ਜਾ ਕਰਕੇ ਸਾਰਾ ਬਿਰਤਾਂਤ ਦੱਸਿਆ ਹੈ ਕਿ ਰਾਜਨ, ਅਸੀਂ ਤਾਂ ਗਈਆਂ ਸੀ ਉਸ ਦੇ ਬਿਸ਼ਨ ਸਿੰਘ ਦੀ ਫੌਜ ਨੂੰ ਡਰਾਉਣ ਵਾਸਤੇ ਅਤੇ ਤੰਤਰਾਂ ਮੰਤਰਾਂ ਦੇ ਨਾਲ ਉਸ ਨੂੰ ਨਾਸ਼ ਕਰਨ ਵਾਸਤੇ, ਪਰ ਉੱਥੇ ਕੋਈ ਸਿੱਧ ਪੁਰਸ਼ ਜਾਣੀਦਾ ਹੈ। ਅਸੀਂ ਆਪਣੇ ਵੱਲੋਂ ਬਹੁਤ ਤੰਤਰ ਮੰਤਰਾਂ ਦੀ ਸ਼ਕਤੀ ਲਗਾ ਦਿੱਤੀ, ਪਰ ਕੋਈ ਫਰਕ ਨਾ ਪਿਆ। ਸੋ ਸਾਡੇ ਨਾਲ ਜੋ ਇੱਕ ਧੋਬਣ ਸੀ, ਉਸ ਦੀ ਸਾਰੀ ਸ਼ਕਤੀ ਨਾਸ਼ ਹੋ ਗਈ ਹੈ, ਉਸ ਨੂੰ ਉਹਨਾਂ ਨੇ ਪਕੜ ਲਿਆ ਹੈ। ਇਹ ਸਾਰਾ ਪ੍ਰਸੰਗ ਆ ਕਰਕੇ ਦੱਸਿਆ। ਰਾਜਾ ਬਹੁਤ ਹਿਰਦੇ ਦੇ ਵਿੱਚ ਦੁਖੀ ਹੋਇਆ ਹੈ। ਸਾਧ ਸੰਗਤ ਜੀਓ, ਤਦੋਂ ਇਹ ਰਾਜਾ ਰਣਵਾਸ ਦੇ ਵਿੱਚ ਆ ਗਿਆ ਹੈ, ਜਿੱਥੇ ਇਹਦੀਆਂ ਰਾਣੀਆਂ ਰਹਿੰਦੀਆਂ ਸਨ। ਸੋ ਇਹ ਆਪਣੇ ਰਣਵਾਸ ਦੇ ਵਿੱਚ ਆਇਆ ਹੈ। ਇਸ ਨੇ ਆਪਣੀ ਜਿਹੜੀ ਪੱਗ ਸੀ, ਪੀਲੇ ਰੰਗ ਦੀ ਪੱਗ, ਔਰ ਜਿਹੜੇ ਰੇਸ਼ਮੀ ਕਲਰ ਦੇ ਰੇਸ਼ਮੀ ਕੱਪੜੇ ਦੇ ਬਸਤਰ ਸਨ, ਹੋਰ ਜੋ ਗਹਿਣੇ ਪਹਿਨੇ ਹੋਏ ਸੀ, ਇਹ ਸਾਰੇ ਇਸ ਨੇ ਚੌਂਕੀ ਉੱਪਰ ਉਤਾਰ ਕੇ ਰੱਖੇ ਹਨ। ਇਹ ਦਸਤਾਰ ਰੱਖੀ ਹੈ। ਇਹ ਜੋ ਭੂਖਣ ਜੋ ਹੀਰੇ ਮੋਤੀਆਂ ਦੇ ਗਹਿਣੇ ਉਤਾਰ ਕਰਕੇ
ਹਾਰ ਇਤਿਆਦਿਕ ਔਰ ਬੇਅੰਤ ਪ੍ਰਕਾਰ ਦੇ ਜੋ ਜਵਾਹਰਾਤ ਪਹਿਨੇ ਸੀ ਉਤਾਰ ਕਰਕੇ ਚੌਂਕੀ ਉੱਤੇ ਰੱਖੇ ਨੇ। ਕਮਰ ਕੱਸੇ ਦੇ ਵਿੱਚੋਂ ਇੱਕ ਖੰਜਰ ਹੈ ਜਿਸ ਦੀ ਮੁੱਠ ਹੀਰੇ ਮੋਤੀ ਲਾਲਾਂ ਦੇ ਨਾਲ ਜੜੀ ਹੋਈ ਸੀ। ਸੋ ਉਹ ਖੰਜਰ ਵੀ ਇਸ ਨੇ ਉਤਾਰ ਕਰਕੇ ਕਮਰ ਕੱਸੇ ਦੇ ਚੋਂ ਕੱਢ ਕੇ ਚੌਂਕੀ ਦੇ ਉੱਪਰ ਰੱਖ ਦਿੱਤਾ ਹੈ। ਕਾਮਾਖਿਆ ਦੇਵੀ ਨੂੰ ਧਿਆ ਕਰਕੇ ਇਹ ਨੀਂਦ ਦੇ ਵਸ ਹੋ ਗਿਆ ਹੈ, ਇਹ ਸੌਂ ਗਿਆ ਹੈ। ਤਦੋਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ ਆਪਣੀ ਅਜ਼ਮਤ ਦੇ ਨਾਲ, ਸ਼ਕਤੀਆਂ ਦੇ ਨਾਲ ਇਸ ਦੇ ਦਸਤਾਰ ਸਮੇਤ, ਖੰਜਰ ਸਮੇਤ ਜਿਤਨੇ ਬਸਤਰ ਸਨ, ਸੋ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਪਣੇ ਪਾਸ ਮੰਗਵਾ ਲਏ ਨੇ। ਜਦੋਂ ਦਿਨ ਚੜ੍ਹਿਆ ਰਾਜੇ ਨੇ ਆਪਣੇ ਬਸਤਰ ਦੇਖੇ ਹਨ, ਇਸ ਨੂੰ ਬਸਤਰ ਨਾ ਦਿਖੇ। ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ ਹੈ ਕਿ ਮੇਰੇ ਮਹਿਲ ਦੇ ਵਿੱਚ ਚੱਪੇ ਚੱਪੇ ਦੇ ਸਿਪਾਹੀਆਂ ਦਾ ਪਹਿਰਾ ਹੈ। ਇਹ ਕਿਸ ਦੀ ਇਤਨੀ ਮਜਾਲ ਕਿ ਇਹ ਜੋ ਮੇਰੇ ਬਸਤਰ ਹਨ ਇਹ ਕੋਈ ਲੈ ਜਾਵੇ। ਕਿਉਂਕਿ ਇਸ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਮੈਂ ਤੰਤਰ ਮੰਤਰ ਵੀ ਸਿੱਧ ਕੀਤੇ ਹੋਏ ਸੀ। ਇਹ ਤੰਤਰਾਂ ਮੰਤਰਾਂ ਦਾ ਘੇਰਾ ਮੈਂ ਮਹਿਲਾਂ ਦੇ ਵਿੱਚ, ਦੇਸ਼ ਦੇ ਵਿੱਚ ਸਿੱਧ ਕੀਤਾ ਹੈ। ਕੋਈ ਵੀ ਦੁਸ਼ਮਣ ਮੇਰੇ ਦੇਸ਼, ਮੇਰੇ ਮਹਿਲਾਂ ਦੇ ਵਿੱਚ ਨਹੀਂ ਆ ਸਕਦਾ। ਜੋ ਵੀ ਆਵੇਗਾ ਮ੍ਰਿਤਿੂ ਨੂੰ ਪ੍ਰਾਪਤ ਹੋ ਜਾਵੇਗਾ। ਜਦੋਂ ਇਸ ਤਰ੍ਹਾਂ ਇਹਨੇ ਮਨ ਦੇ ਵਿੱਚ ਵਿਚਾਰ ਕੀਤੀ, ਬਹੁਤ ਭੈ ਦੇ ਸਹਿਤ ਹੋਇਆ ਹੈ। ਸਾਧ ਸੰਗਤ ਜੀਓ, ਤਦੋਂ ਇਸ ਦੀ ਮਾਤਾ, ਇਹ ਰਾਜਨ ਦੀ ਮਾਤਾ ਆਈ ਹੈ। ਇਸ ਨੂੰ ਬਹੁਤ ਭੈ ਦੇ ਸਹਿਤ ਦੁਖੀ ਦੇ ਕਰਕੇ ਮਾਤਾ ਨੇ ਬੋਲਿਆ ਹੈ ਕਿ ਪੁੱਤਰ, ਹੇ ਪੁੱਤਰ, ਰਾਜਨ ਪੁੱਤਰ, ਤੂੰ ਫਿਕਰ ਨਾ ਕਰ। ਸੋ ਮੈਂ ਦੇਵੀ ਦੀ ਭਗਤ ਨਹੀਂ ਹਾਂ, ਮੈਂ ਚੰਡੀ ਨੂੰ ਧਿਆਉਂਦੀ ਹਾਂ। ਇਸ ਕਰਕੇ ਮੈਂ ਇਹ ਤੇਰੇ ਜੋ ਰਾਤ ਦੇ ਵਿੱਚ ਕੌਤਕ ਹੋਇਆ ਤੇਰੇ ਨਾਲ, ਇਹ ਦੇਵੀ ਦੇ ਪਾਸ ਮੈਂ ਪੁੱਛਾਂਗੀ ਜਾ ਕਰਕੇ। ਇਸ ਤਰ੍ਹਾਂ ਇਸ ਨੇ ਆਪਣੇ ਪੁੱਤਰ ਨੂੰ ਭਰੋਸਾ ਦਿਲਾਸਾ ਦਿੱਤਾ ਹੈ। ਸਾਧ ਸੰਗਤ ਜੀ, ਇਹ ਮੰਦਰ ਦੇ ਵਿੱਚ ਪਹੁੰਚੀ ਹੈ। ਇਸ਼ਨਾਨ ਸੁਚਮ ਕਿਰਿਆ ਕਰਕੇ, ਇਸ਼ਨਾਨ ਕਰਕੇ, ਸੁੰਦਰ ਬਸਤਰ ਪਹਿਨ ਕਰਕੇ ਅਤੇ ਸਾਜੋ ਸਮੱਗਰੀ ਆਪਣੇ ਪਾਸ ਆਪਣੇ ਸਾਥ ਲੈ ਕਰਕੇ ਇਸ ਨੇ ਮੰਦਰ ਦੇ ਵਿੱਚ ਜਾ ਕਰਕੇ ਉਹ ਦੇਵੀ ਦੀ ਆਰਾਧਨਾ ਕਰਨੀ ਸ਼ੁਰੂ ਕਰ ਦਿੱਤੀ ਹੈ। ਅਤੇ ਕੁਝ ਸਮਾਂ ਆਰਾਧਨਾ ਕਰਦੇ ਬਤੀਤ ਹੋ ਗਿਆ ਹੈ। ਆਕਾਸ਼ਬਾਣੀ ਹੋਈ ਹੈ। ਉਹ ਦੇਵੀ ਨੇ ਦੱਸਿਆ ਹੈ ਕਿ ਹੇ ਰਾਜਨ, ਕਿ ਹੇ ਰਾਣੀ, ਤੂੰ ਫਿਕਰ ਨਾ ਕਰ। ਇਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ, ਉਹਨਾਂ ਦੀ ਨਾਵੀਂ ਜੋਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ ਇਸ ਦੇ ਬਸਤਰ ਮੰਗਵਾਏ ਹਨ ਆਪਣੇ ਪਾਸ। ਉਹ ਇਸ ਰਾਜੇ ਨੂੰ ਮਿਲਣਾ ਚਾਹੁੰਦੇ ਹਨ, ਤੇਰੇ ਪੁੱਤਰ ਨੂੰ ਮਿਲਣਾ ਚਾਹੁੰਦੇ ਹਨ। ਸੋ ਘਬਰਾ ਨਾ। ਉਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਸਾਰਿਆਂ ਦਾ ਭਲਾ ਕਰਨ ਵਾਲੇ ਹਨ। ਸੋ ਇਹ ਸਾਰਾ ਜੋ ਰਾਜੇ ਬਿਸ਼ਨ ਸਿੰਘ ਦਾ ਬਿਰਤਾਂਤ ਇਸ ਰਾਣੀ ਨੂੰ ਦੱਸਿਆ ਹੈ, ਕਿਸ ਤਰ੍ਹਾਂ ਰਾਜੇ ਬਿਸ਼ਨ ਸਿੰਘ ਨੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਸ਼ਰਨੀ ਗਿਆ ਹੈ ਅਤੇ ਆਪਣੀ ਜਿੱਤ ਦੇ ਵਾਸਤੇ ਪਾਤਸ਼ਾਹ ਜੀਆਂ ਦੇ ਪਾਸ ਅਰਦਾਸ ਬੇਨਤੀ ਕੀਤੀ ਹੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਦੇ ਨਾਲ ਆਏ ਹਨ। ਤੋ ਇਹ ਸਾਰਾ ਬਿਰਤਾਂਤ ਉਹ ਚੰਡੀ ਦੇਵੀ ਨੇ, ਕਾਮਾਖਿਆ ਦੇਵੀ ਨੇ ਕਹਿ ਕਰਕੇ ਸੁਣਾਇਆ ਹੈ। ਇਸ ਰਾਣੀ ਨੂੰ ਕਾਮਾਖਿਆ ਦੇਵੀ ਨੇ ਆਖਿਆ ਹੈ ਕਿ ਤੂੰ ਵੀ ਸਤਿਗੁਰੂ ਸਾਹਿਬ ਜੀ ਦੀ ਪਰਿਵਾਰ ਸਹਿਤ, ਇਹ ਪੁੱਤਰ ਆਪਣੇ ਨੂੰ ਆਖ ਕਿ ਪਰਿਵਾਰ ਸਹਿਤ ਸਤਿਗੁਰੂ ਸਾਹਿਬ ਜੀਆਂ ਦੀ ਚਰਨੀ ਜਾ ਪਵੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਇਸ ਦੀ ਲਾਜਪਤ ਰੱਖਣਗੇ। ਸੋ ਇਸ ਦਾ ਜਿਹੜਾ ਰਾਜ ਹੈ ਸਦਾ ਅਚਲ ਰਹੇਗਾ। ਸਾਧ ਸੰਗਤ ਜੀਓ, ਇਹ ਕੱਲ੍ਹ ਦੇ ਬਿਰਤਾਂਤਾਂ ਦੇ ਵਿੱਚ, ਪ੍ਰਸੰਗਾਂ ਦੇ ਵਿੱਚ ਆਇਆ ਸੀ। ਤਦੋਂ ਇਸ ਨੇ ਆਪਣੇ ਪੁੱਤਰ ਨੂੰ ਆ ਕਰਕੇ ਦਿਲਾਸਾ ਦਿੱਤਾ। ਸਾਰਾ ਜੋ ਦੇਵੀ ਕਾਮਾਖਿਆ ਦੇ ਨਾਲ ਬਚਨ ਬਿਲਾਸ ਹੋਏ ਹਨ ਆਪਣੇ ਪੁੱਤਰ ਨੂੰ ਦੱਸੇ ਹਨ। ਇਹਦੇ ਪੁੱਤਰ ਨੇ ਆਪਣੀ ਮਾਤਾ ਦੇ ਬਚਨਾਂ ਨੂੰ ਸੱਤ ਮੰਨਿਆ ਹੈ। ਹੁਣ ਇਹ ਸਤਿਗੁਰੂ ਸਾਹਿਬ ਜੀਆਂ ਦੇ ਪਾਸ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਪਾਸ ਆਪਣੇ ਪਰਿਵਾਰ ਸਮੇਤ ਜਾ ਪਹੁੰਚ ਗਿਆ ਹੈ। ਭਾਵ ਇਹ ਸਤਿਗੁਰੂ ਸਾਹਿਬ ਜੀਆਂ ਦੇ ਪਾਸ ਇਹ ਜਾਣ ਲੱਗਾ, ਬੇੜੀ ਦੇ ਵਿੱਚ ਬਹਿ ਗਿਆ ਹੈ। ਹੁਣ ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀਆਂ ਦੇ ਪਾਸ ਪੁੱਜੇਗਾ, ਸਤਿਗੁਰੂ ਸਾਹਿਬ ਜੀ ਤਰਸ ਕਰਨ, ਦਇਆ ਕਰਨ। ਸੋ ਪ੍ਰਸੰਗਾਂ ਨੂੰ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸ਼ਰਵਣ ਕਰੀਏ। ਜੇ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ, ਬਿਰਤੀ ਇਕਾਗਰ ਕਰਨ ਵਾਸਤੇ ਸਾਰੇ ਹੀ ਪ੍ਰੇਮ ਦੇ ਨਾਲ, ਰਸ ਦੇ ਨਾਲ ਇੱਕ ਸਹਿਤ ਬੋਲਣਾ ਕਰੀਏ। ਜੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਤਰ ਨਰੇਸ਼ਵਰ ਤਰੀ ਤੇ ਆਗੇ ਕਰੇ ਅਗੋਰ। ਸੋ ਇਹ ਸਾਧ ਸੰਗਤ ਜੀਓ, ਕਾਮਰੂਪ ਦੇਸ਼ ਦਾ ਜੋ ਰਾਜਾ ਹੈ ਨਾਮ,
ਇਹ ਬੇੜੀ ਦੇ ਉੱਤੋਂ ਉੱਤਰ ਕਰਕੇ ਜਿਹੜੀਆਂ ਭੇਟਾਵਾਂ ਹਨ ਆਪਣੇ ਹੱਥਾਂ ਦੇ ਵਿੱਚ ਲਈਆਂ ਹਨ, ਅਗਾਂਹ ਨੂੰ ਤੁਰ ਪਿਆ ਹੈ ਜੇ। ਨਗਨ ਚਰਨ ਤੇ ਗਮਨ ਕਰ ਸਭ ਕੁਟੰਬ ਕਰ ਜੋਰ। ਸੋ ਨੰਗੇ ਪੈਰੀ ਹੀ ਆਪਣੇ ਪਰਿਵਾਰ ਨੂੰ ਆਪਣੇ ਸਾਥ ਲੈ ਲਿਆ ਹੈ, ਆਪਣੇ ਸਾਥ ਆਪਣੇ ਪਰਿਵਾਰ ਨੂੰ ਲੈ ਲਿਆ ਹੈ। ਨੰਗੇ ਪੈਰੀ ਹੀ ਸਤਿਗੁਰੂ ਸਾਹਿਬ ਜੀਆਂ ਦੇ ਪਾਸ ਦੋਨੋਂ ਹੱਥ ਜੋੜ ਕਰਕੇ ਚੱਲ ਪਿਆ ਹੈ ਜੇ। ਸੋ ਪਈ ਸਰਦਾ ਕਰੇ ਭਾਉ ਔਰ ਧਾਰਾ। ਸੋ ਸ਼ਰਧਾ ਹਿਰਦੇ ਦੇ ਵਿੱਚ ਬਹੁਤ ਜ਼ਿਆਦੀ ਸ਼ਰਧਾ ਧਾਰਨ ਕੀਤੀ ਹੈ। ਸ਼ਰਧਾ ਧਾਰਨ ਕਰਕੇ ਹਿਰਦੇ ਦੇ ਵਿੱਚ ਸਤਿਗੁਰੂ ਸਾਹਿਬ ਜੀਆਂ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਇਹ ਰਾਜੇ ਇਹ ਕਾਮਰੂਪ ਦੇ ਰਾਜੇ ਨੇ ਪ੍ਰੇਮ ਧਾਰਨ ਕੀਤਾ ਹੈ ਜੇ। ਸ੍ਰੀ ਸਤਿਗੁਰ ਕੇ ਨਿਕਟ ਪਧਾਰਾ। ਸ਼੍ਰੋਮਣੀ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਪਾਸ ਇਹ ਆਪਣੇ ਪਰਿਵਾਰ ਦੇ ਸਮੇਤ ਰਾਜਾ ਜਾ ਪੁੱਜਾ ਹੈ ਜੇ। ਸਰਨ ਸਰਨ ਕਰ ਪਰਿਓ ਅਗਾਰੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੂੰ ਇਹ ਰਾਜਨ ਕਹਿੰਦਾ ਹੈ ਕਿ ਇਹ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ। ਇਹ ਮਹਾਰਾਜ ਜੀਓ ਆਪ ਜੀ ਦੀ ਸ਼ਰਨ ਆਇਆ, ਸ਼ਰਨ ਪਿਆਂ ਦੀ ਲੱਜਪਤ ਰੱਖੋ ਜੀ। ਇਸ ਤਰ੍ਹਾਂ ਇਹ ਸ਼ਰਨ ਕਹਿ ਕਰਕੇ ਬਚਨ ਕਰਕੇ ਸਤਿਗੁਰੂ ਸਾਹਿਬ ਜੀਆਂ ਦੇ ਸ਼ਰਨੀ ਜਾ ਪਿਆ ਹੈ ਜੀ। ਪਦ ਅਰਬਿੰਦ ਬੰਦਨਾ ਧਾਰੀ। ਸ਼੍ਰੋਮਣੀ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਚਰਨਾਂ ਤੇ ਇਹਨੇ ਨਮਸਕਾਰ ਕੀਤੀ ਹੈ ਜੀ। ਦੇਸ ਕਾਮਰੂ ਕੋ ਮੈਂ ਰਾਜਾ। ਸਤਿਗੁਰੂ ਸਾਹਿਬ ਜੀਆਂ ਨੂੰ ਇਹ ਕਹਿੰਦਾ ਹੈ, ਹੇ ਪਾਤਸ਼ਾਹ ਜੀ ਮੈਂ ਕਾਮ ਰੂਪ ਦੇਸ਼ ਦਾ ਰਾਜਾ ਹਾਂ। ਤੁਮ ਟਿਗ ਆਇਓ ਤਿਆਗ ਸਮਾਜਾ। ਸੋ ਆਪਣਾ ਸਾਰਾ ਹੀ ਸਾਜੋ ਸਮਾਜ ਛੱਡ ਕਰਕੇ ਮਹਾਰਾਜ ਜੀ ਮੈਂ ਆਪ ਜੀ ਦੀ ਸ਼ਰਨੀ ਆ ਪਿਆ ਹਾਂ। ਹਿੰਦੁਨ ਕੇ ਅਲੰਬ ਤੁਮ ਅਹੋ। ਇਹ ਮਹਾਰਾਜ ਜੀ ਆਪ ਜੀ ਹਿੰਦੂਆਂ ਦੇ ਗੁਰੂ ਹੋ, ਹਿੰਦੂਆਂ ਦੇ ਆਸਰੇ ਹੋ ਸੱਚੇ ਪਾਤਸ਼ਾਹ ਜੀ। ਦਾਸਨ ਬ੍ਰਿੰਦ ਸਹਾਇਕ ਰਹੋ। ਇਹ ਮਹਾਰਾਜ ਜੀ ਮੈਨੂੰ ਆਪਣਾ ਦਾਸ ਜਾਣ ਕਰਕੇ ਸੇਵਕ ਜਾਣ ਕਰਕੇ ਸਦਾ ਹੀ ਮੇਰੇ ਸਹਾਇਕ ਬਣੇ ਰਹੋ। ਦੇਵੀ ਕੀ ਆਇਸ ਕੇ ਸਾਥ। ਜਿਸ ਤਰ੍ਹਾਂ ਕਾਮਖਿਆ ਦੇਵੀ ਨੇ ਸਾਨੂੰ ਆਗਿਆ ਕੀਤੀ ਹੈ ਤਿਵੇਂ ਹੀ ਆਏ ਸਰਨ ਤਿਹਾਰੀ ਨਾਥ। ਹੇ ਨਾਥ ਹੇ ਮਾਲਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪ ਜੀ ਦੀ ਸ਼ਰਨੀ ਆ ਪਿਆ ਹਾਂ। ਜਿਸ ਤਰ੍ਹਾਂ ਮੈਨੂੰ ਦੇਵੀ ਕਾਮਖਿਆ ਨੇ ਇਹ ਬਚਨ ਕੀਤੇ ਹਨ ਉਹਨਾਂ ਦੀ ਆਗਿਆ ਅਨੁਸਾਰ ਹੀ ਇਹ ਸਵਾਮੀ ਸਤਿਗੁਰੂ ਸਾਹਿਬ ਜੀ ਮਾਲਕ ਆਪ ਜੀਆਂ ਦੇ ਚਰਨੀ ਆ ਪਿਆ ਹਾਂ। ਜਿਉ ਭਾਵ ਹੈ ਤਿਉ ਕੀਜਹਿ ਅਬੈ। ਤੇ ਜਿਵੇਂ ਹੀ ਆਪ ਜੀ ਨੂੰ ਚੰਗਾ ਲੱਗਦਾ ਹੈ ਨਾ ਪਾਤਸ਼ਾਹ ਜੀ ਸੋ ਉਸੇ ਤਰ੍ਹਾਂ ਹੀ ਆਪ ਜੀ ਕਰਨਾ ਕਰੋ। ਤੁਮ ਆਗਿਆ ਅਨੁਸਾਰੀ ਸਭੈ। ਸੋ ਆਪ ਜੀ ਦੀ ਆਗਿਆ ਦੇ ਅਨੁਸਾਰ ਹੀ ਅਸੀਂ ਸਦਾ ਹੀ ਹਾਂ। ਤਉ ਏਕ ਸੁਣੀਐ ਗੁਰ ਸੁਆਮੀ। ਤੋ ਮੇਰੀ ਸੱਚੇ ਪਾਤਸ਼ਾਹ ਜੀ ਇੱਕ ਅਰਜ ਹੈ, ਇੱਕ ਅਰਦਾਸ ਹੈ, ਉਹ ਸ਼ਰਵਣ ਕਰੋ ਪਾਤਸ਼ਾਹ ਜੀ। ਸਭ ਬਿਦ ਸਮਰੱਥ ਅੰਤਰ ਜਾਮੀ। ਹੇ ਅੰਤਰਜਾਮੀ ਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪ ਜੀ ਸਮਰੱਥ ਗੁਰੂ ਹੋ। ਹਮ ਹਿੰਦੂ ਗੁਰ ਕੇ ਸਿੱਖ ਆਹੈ। ਮਹਾਰਾਜ ਜੀ ਅਸੀਂ ਹਿੰਦੂ ਧਰਮ ਦੇ ਵਿੱਚੋਂ ਹਾਂ, ਆਪ ਜੀ ਦੇ ਸਿੱਖ ਹਾਂ ਸੱਚੇ ਪਾਤਸ਼ਾਹ ਜੀ। ਸਗਰੋ ਦੇਸ ਮਾਨ ਤੋ ਰਹੈ। ਸਾਰਾ ਜਿੰਨਾ ਵੀ ਸੰਸਾਰ ਹੈ ਸਾਰਾ ਦੇਸ਼ ਆਪ ਜੀ ਨੂੰ ਮੰਨਦਾ ਹੈ, ਆਪ ਜੀ ਦੀ ਮਨਾਉਤ ਕਰਦਾ ਹੈ ਸੱਚੇ ਪਾਤਸ਼ਾਹ ਜੀ। ਅਬ ਤੁਰਕੇਸ਼ੁਰ ਕੇ ਬਸ ਮਾਹੀ। ਹੇ ਸਵਾਮੀ ਹੇ ਨਾਥ ਹੁਣ ਸਾਨੂੰ ਤੁਰਕਾਂ ਦੇ ਇਹ ਤੁਰਕਾਂ ਦਾ ਜਿਹੜਾ ਬਾਦਸ਼ਾਹ ਹੈ ਔਰੰਗੇ ਦੇ ਸਾਨੂੰ ਵਸ ਗੇਰਹੁ ਹਮ ਹੈ ਜੋਗਤਾ ਨਾਹੀ। ਮਹਾਰਾਜ ਇਹ ਜੋਗ ਗੱਲ ਨਹੀਂ ਹੋਵੇਗੀ, ਸਾਨੂੰ ਉਹ ਨਰੰਗੇ ਬਾਦਸ਼ਾਹ ਦੇ ਅਧੀਨ ਤੁਸੀਂ ਕਰੋਗੇ। ਉਚਿਤ ਸਹਾਇਕ ਹੋਵਨ ਹਮਰੇ। ਸੋ ਉਚਿਤ ਜੋਗ ਬਣਦਾ ਮਹਾਰਾਜ ਸਾਡੀ ਸਹਾਇਤਾ ਕਰਨੀ ਉਚਿਤ ਹੈ। ਮਹਾਰਾਜ ਜੋਗ ਬਣਦੀ ਸਾਡੀ ਸਹਾਇਤਾ ਕਰੋ ਸੱਚੇ ਪਾਤਸ਼ਾਹ ਜੀ। ਹਿੰਦੂ ਸਭ ਅਲੰਬ ਹੈ ਤੁਮਰੇ। ਇਹ ਸਾਰੇ ਜਿੰਨੇ ਵੀ ਹਿੰਦੂ ਹਨ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਰੇ ਆਪ ਜੀ ਦੇ ਹੀ ਆਸਰੇ ਨੇ। ਸੁਣ ਬਿਨਤੀ ਗੁਰ ਭਏ ਕਿਰਪਾਲ। ਸੋ ਇਹ ਰਾਜੇ ਦੀ ਬੇਨਤੀ ਸੁਣ ਕਰਕੇ ਸਤਿਗੁਰੂ ਸਾਹਿਬ ਜੀ ਕਿਰਪਾ ਦੇ ਘਰ ਦੇ ਵਿੱਚ ਆਏ ਹਨ, ਇਸ ਤੇ ਕਿਰਪਾ ਕਰ ਰਹੇ ਹਨ। ਲੈ ਦਸਤਾਰ ਆਪ ਕਰ ਨਾਲ। ਸੋ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ
ਆਪਣੇ ਹੱਥਾਂ ਦੇ ਨਾਲ ਦਸਤਾਰ ਲੈ ਕਰਕੇ ਉਸ ਸਮੇਂ ਨਿਰਪ ਕੇ ਸੀਸ ਧਰੀ ਜਿਸ ਕਾਲਾ। ਸੋ ਜਿਸ ਕਾਲਾ ਉਸ ਸਮੇਂ ਗੁਰੂ ਪਾਤਸ਼ਾਹ ਜੀਆਂ ਨੇ ਇਸ ਕਾਮ ਰੂਪ ਦੇ ਰਾਜੇ ਦੇ ਸੀਸ ਤੇ ਇਹ ਦਸਤਾਰ ਸਜਾਈ ਹੈ ਜੀ, ਰੱਖੀ ਹੈ। ਜਾਗੇ ਜਿਸ ਕੇ ਭਾਗ ਬਿਸਾਲਾ। ਸੋ ਇਸ ਦੇ ਬਹੁਤ ਵੱਡੇ ਭਾਗ ਜਾਗ ਪਏ ਹਨ। ਮੋਹ ਭਰਮ ਕੇ ਜਟਤ ਕਪਾਟ। ਸੋ ਇਹ ਮੋਹ ਭਰਮਾਂ ਦੇ ਜਿਹੜੇ ਕਪਾੜ ਸੀ ਨਾ, ਇਹ ਪਰਦੇ ਜਿਹੜੇ ਸੀ ਇਹ ਹਟ ਗਏ ਹਨ, ਦੂਰ ਹੋ ਗਏ ਹਨ। ਸਾਧ ਸੰਗਤ ਜੀਓ, ਇਹ ਭਾਵੇਂ ਦੇਵੀ ਦੀ ਪੂਜਾ ਕਰਦਾ ਸੀ, ਇਹ ਕਾਮੱਖਿਆ ਨੂੰ ਧਿਆਉਂਦਾ ਸੀ, ਪਰ ਇਹਦੇ ਜਿਹੜੇ ਬੁੱਧੀ ਦੇ ਉੱਤੇ ਮੋਹ ਭਰਮ ਦੇ ਕਪਾਟ ਪਏ ਸੀ ਨਾ, ਉਹ ਨਹੀਂ ਖੁੱਲੇ। ਜਦੋਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ ਇਸ ਦੇ ਸੀਸ ਤੇ ਦਸਤਾਰ ਰੱਖੀ, ਇਸ ਨੂੰ ਸਪਰਸ਼ ਕੀਤਾ ਹੈ, ਇਹਦੇ ਜਿੰਨੇ ਵੀ ਬੁੱਧੀ ਦੇ ਉੱਤੇ, ਮਨ ਦੇ ਉੱਤੇ ਜਿੰਨੇ ਭਰਮ ਦੇ ਕਪਾਟ ਪਏ ਸੀ, ਮੋਹ ਦੇ ਕਪਾਟ ਪਏ ਸੀ, ਪਰਦੇ ਪਏ ਸੀ, ਉਹ ਸਾਰੇ ਹੀ ਛੁੱਟ ਗਏ ਹਨ। ਤੂੰ ਕਹੀਅਤ ਹੀ ਆਏ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਸੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਰੂਪਾਂ ਦੇ ਵਿੱਚ ਵੀ ਇਹ ਬਚਨ ਦਰਜ ਹਨ ਕਿ ਦੇਵੀ ਦੇ ਭੇਟ ਨਾਲ, ਦੇਵੀ ਦੇ ਸੰਗ ਨਾਲ, ਸੋ ਕਹਿੰਦੇ ਇਹ ਰਾਜੇ ਦੇ ਅਜੇ ਤੱਕ ਮੋਹ ਭਰਮ ਦੇ ਕਪਾਟ ਨਹੀਂ ਸੀ ਖੁੱਲੇ। ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਇਸ ਰਾਜੇ ਨੂੰ ਸਪਰਸ਼ ਕੀਤਾ ਹੈ, ਇਹਦੇ ਜਿੰਨੇ ਮੋਹ ਭਰਮ ਦੇ ਕਪਾੜ ਸੀ ਇਹ ਸਾਰੇ ਖੁੱਲ ਗਏ ਹਨ, ਦੂਰ ਹੋ ਗਏ, ਨਾਸ਼ ਹੋ ਗਏ ਹਨ ਜੀ। ਛੁਟਕ ਗਏ ਪਾ ਔਰੇ ਠਾਟ। ਸੋ ਸਾਰੇ ਕਪਾੜ ਛੁੱਟ ਗਏ ਹਨ, ਨਾਸ਼ ਹੋ ਗਏ ਹਨ। ਜਿੰਨੇ ਵੀ ਜਟਟ ਕਪਾੜ ਸੀ ਸਾਰੇ ਛੁੱਟ ਗਏ ਹਨ ਤੇ ਭਾ ਹੋ ਠੌਰ ਹੋਰ ਇਹਦੀ ਅਵਸਥਾ ਹੋ ਗਈ, ਅਵਸਥਾ ਇਹਦੀ ਹੋਰ ਬਣ ਗਈ, ਹੋਰ ਇਹਦੀ ਵਿਧੀ। ਸੋ ਇਸ ਦੀ ਜਿਹੜੀ ਹਾਲਤ ਹੈ ਹੁਣ ਹੋਰ ਹੋ ਗਈ ਹੈ। ਪਹਿਲਾਂ ਅਗਿਆਨਤਾ ਦੇ ਹਨੇਰੇ 'ਚ ਸੀ, ਹੁਣ ਇਸ ਨੂੰ ਗਿਆਨ ਰੂਪੀ ਜੋ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ ਹੈ। ਸੋ ਇਸ ਦੇ ਅੰਦਰ ਜੋ ਗਿਆਨ ਹੈ ਉਹ ਜਾਗ ਗਿਆ, ਇਸ ਦੀ ਜੋ ਅਵਸਥਾ ਹੁਣ ਹੋਰ ਹੋ ਗਈ ਹੈ ਜੀ। ਪੁਨ ਦੁਪੱਟਾ ਸੁੰਦਰ ਤਿਹ ਦਇਓ। ਸੋ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਇਸ ਨੂੰ ਇੱਕ ਸੁੰਦਰ ਦੁਪੱਟਾ ਦਿੱਤਾ ਹੈ। ਕਰੁਣਾ ਧਾਰ ਨਿਹਾਲ ਸੋ ਕੀਓ। ਸੋ ਕਰੁਣਾ ਧਾਰ ਕਰਕੇ, ਕਿਰਪਾ ਧਾਰ ਕਰਕੇ ਨਾ ਇਹ ਰਾਜੇ ਨੂੰ ਸੱਚੇ ਪਾਤਸ਼ਾਹ ਜੀ ਨੇ ਨਿਹਾਲ ਕਤਾਰਥ ਸਫਲਿਆਂ ਕਰ ਦਿੱਤਾ ਹੈ। ਖੰਜਰ ਸ਼ਸਤਰ ਨਹੀਂ ਇੱਕ ਦੀਨ। ਜਿਹੜਾ ਸ਼ਸਤਰ ਸੀ ਨਾ ਸਾਧ ਸੰਗਤ ਜੀ, ਉਹ ਖੰਜਰ ਸੀ, ਬਹੁਤ ਸੁੰਦਰ ਖੰਜਰ ਸੀ ਨਾ, ਉਹ ਸੱਚੇ ਪਾਤਸ਼ਾਹ ਜੀ ਨੇ ਇਸ ਰਾਜੇ ਨੂੰ ਨਹੀਂ ਦਿੱਤਾ, ਆਪਣੇ ਪਾਸ ਹੀ ਰੱਖਿਆ ਹੈ। ਤੇਰੀ ਪ੍ਰਭ ਨਿਜ ਢਿਗ ਰਾਖਣ ਕੀਨ। ਤੇ ਆਪਣੇ ਪਾਸ ਹੀ, ਨਿਜ ਆਪਣੇ ਪਾਸ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹ ਖੰਜਰ ਨੂੰ ਰੱਖ ਲਿਆ ਹੈ। ਉਹ ਭੂਪਤ ਤੁਮ ਭਾਖਿਓ ਜੈਸੇ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਹੇ ਰਾਜਨ, ਜਿਸ ਤਰ੍ਹਾਂ ਤੂੰ ਸਾਨੂੰ ਬੇਨਤੀ ਕੀਤੀ ਹੈ, ਹਮ ਪੀ ਕਰਿਓ ਚਹਿਤ ਹੈ ਤੈਸੇ। ਸੋ ਅਸੀਂ ਵੀ ਤਿਵੇਂ ਹੀ ਉਸੇ ਤਰ੍ਹਾਂ ਹੀ ਉਹ ਕਰਨਾ ਚਾਹੁੰਦੇ ਹਾਂ। ਕੋਈ ਨਾ ਚਿੰਤਾ ਚਿਤ ਮਹਿ ਕਰੀਐ ਹੈ। ਸੋ ਇਸ ਕਰਕੇ ਰਾਜਨ, ਤੂੰ ਆਪਣੇ ਹਿਰਦੇ ਦੇ ਵਿੱਚ ਕਿਸੇ ਪ੍ਰਕਾਰ ਦੀ ਚਿੰਤਾ ਫਿਕਰ ਨਾ ਕਰ। ਹਮਰੇ ਬਾਕਨ ਕੇ ਅਨੁਸਾਰੀ ਹੈ। ਸੋ ਸਾਡੇ ਬਾਕਾਂ ਦੇ ਅਨੁਸਾਰ, ਸਾਡੇ ਬਚਨਾਂ ਦੇ ਅਨੁਸਾਰ ਹੀ ਤੂੰ ਰਹਿਣਾ ਕਰ। ਦੋਹੇ ਦੇਸ ਜੈਸੇ ਹੋਏ ਸੁਖੈਨ। ਸੋ ਜਿਸ ਤਰ੍ਹਾਂ ਦੋਵਾਂ ਦੇਸ਼ਾਂ ਦੇ ਵਿੱਚ ਸੁਖੈਨ ਹੀ ਜੋ ਸਮਝੌਤਾ ਹੋ ਜਾਵੇ। ਦੇਸ ਵਿਖੈ ਜਿਸ ਤੇ ਤੋਹੇ ਭੈ ਨਾ। ਸੋ ਜਿਸ ਤਰ੍ਹਾਂ ਤੈਨੂੰ ਆਪਣੇ ਕਾਮਰੂਪ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਕਿਸੇ ਦਾ ਭੈ ਨਾ ਹੋਵੇ, ਇਸ ਤਰ੍ਹਾਂ ਇਹ ਤੇਰਾ ਜਿਹੜਾ ਸਮਝੌਤਾ ਕਰਾਵਾਂਗੇ, ਤੈਨੂੰ ਬਿਸ਼ਨ ਸਿੰਘ ਦਾ ਕਿਸੇ ਪ੍ਰਕਾਰ ਵੀ ਭੈ ਡਰ ਨਾ ਹੋਵੇ। ਕਰਾਮਾਤ ਦੀਰਘ ਕੋ ਦੇਖ। ਸੋ ਇਸ ਨੇ, ਇਹ ਰਾਜੇ ਨੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੂੰ ਮਹਾਨ ਕਰਾਮਾਤਾ ਸ਼ਕਤੀਆਂ ਦੇ ਸਹਿਤ ਦੇਖਿਆ ਹੈ। ਜਦੋਂ ਸ਼ਰਧਾ ਧਾਰਤ ਹਰਖ ਵਿਸੇਖਾ। ਹਿਰਦੇ ਦੇ ਵਿੱਚ ਬਹੁਤ ਜ਼ਿਆਦੀ ਸ਼ਰਧਾ ਧਾਰੀ ਹੈ ਅਤੇ ਅਤੀ ਹੀ ਪ੍ਰਸੰਨ ਹੋਇਆ, ਬਹੁਤ ਜ਼ਿਆਦਾ ਸਤਿਗੁਰੂ ਸਾਹਿਬ ਜੀਆਂ ਦੇ ਇਹ ਬਚਨ ਬਲਾ ਸੁਣ ਕਰਕੇ ਕਾਮਰੂਪ ਦੇ ਦਾ ਰਾਜਾ ਖੁਸ਼ ਹੋਇਆ ਹੈ ਜੀ। ਹੱਥ ਜੋੜ ਪੁਣ ਬਿਨਤੀ ਕਹੈ। ਹੱਥ ਜੋੜ ਕਰਕੇ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਇਸ ਪ੍ਰਕਾਰ ਬੇਨਤੀਆਂ ਕਰਦਾ ਹੈ, ਇਹ ਰਾਜਨ। ਹਿੰਦੂ ਧਰਮ ਹਮਾਰੋ ਹੈ। ਇਹ ਪਾਤਸ਼ਾਹ ਜੀ, ਅਸੀਂ ਹਿੰਦੂ ਧਰਮ ਦੇ ਵਿੱਚ ਪੈਦਾ ਹੋਏ ਹਾਂ, ਸਾਡਾ ਹਿੰਦੂ ਧਰਮ ਹੈ। ਕਰੋ ਸਹਾਇ ਦਾਸ ਕੀ ਐਸੇ। ਆਪਣਾ ਸੇਵਕ ਜਾਣ ਕਰਕੇ, ਦਾਸ ਜਾਣ ਕੇ ਨਾ ਮਹਾਰਾਜ ਜੀ, ਇਸ ਤਰ੍ਹਾਂ ਸਾਡੀ ਸਹਾਇਤਾ ਕਰੋ। ਨਹੀਂ ਤੁਰਕ ਕੋ ਦੇਖੈ ਕੈਸੇ। ਸੋ ਅਸੀਂ ਤੁਰਕ ਦੇ ਕਿਸੇ ਪ੍ਰਕਾਰ ਨਹੀਂ ਦੇਖਣਾ ਚਾਹੁੰਦੇ, ਇਹ ਅਸੀਂ ਸੁਗੰਧ ਲਈ ਹੈ, ਕਸਮ ਲਈ ਹੈ ਪਾਤਸ਼ਾਹ ਜੀ, ਇਹ ਨਰੰਗਾ ਤੁਰਕ ਹੈ ਜਾਂ ਹੋਰ ਬਾਦਸ਼ਾਹ ਦੇ ਜਿਹੜੇ ਸਿਪਾਹੀ ਫੌਜਾਂ ਭੇਜੀਆਂ ਹਨ,
ਇਹ ਮੁਸਲਮਾਨਾਂ ਤੁਰਕਾਂ ਨੂੰ ਅਸੀਂ ਨਹੀਂ ਦੇਖਣਾ ਚਾਹੁੰਦੇ। ਜਮਨ ਸੰਗ ਤੇ ਹਨ ਹੈ ਧਰਮ, ਸੋ ਇਹਨਾਂ ਤੁਰਕਾਂ ਦਾ ਸੰਗ ਕਰਕੇ ਇਹ ਸਾਡਾ ਜਿਹੜਾ ਧਰਮ ਹੈ ਨਾ ਉਹ ਨਾਸ਼ ਹੋ ਜਾਵੇਗਾ। ਬੋਲਣ ਮਿਲਨ ਸਪਰਸ ਅਧਰਮ, ਜਿਸ ਤਰ੍ਹਾਂ ਇਹਨਾਂ ਦੇ ਨਾਲ ਬੋਲਣਾ ਬਚਨ ਬਲਾਸ ਕਰਨੇ ਅਤੇ ਸਪਰਸ਼ ਕਰਨਾ, ਇਸ ਕਰਕੇ ਇਹ ਜਿਹੜਾ ਸਾਡਾ ਧਰਮ ਹੈ ਨਾ ਉਹ ਨਾਸ਼ ਹੋ ਜਾਵੇਗਾ। ਗੁਰ ਕੀ ਆਗਿਆ ਧਰਮ ਹਮਾਰੇ, ਤੇ ਗੁਰੂ ਪਾਤਸ਼ਾਹ ਜੀ ਤੁਹਾਡੀ ਆਗਿਆ ਹੀ ਸਾਡਾ ਧਰਮ ਹੈ ਅਤੇ ਤੁਹਾਡੀ ਆਗਿਆ ਸਾਡਾ ਧਰਮ ਹੈ। ਜਿਸ ਤਰ੍ਹਾਂ ਤੁਸੀਂ ਆਗਿਆ ਕਰਤੀ ਉਹੀ ਸਾਡਾ ਧਰਮ ਹੈ ਪਾਤਸ਼ਾਹ ਜੀ। ਪਰ ਅਸੀਂ ਇਹਨਾਂ ਤੁਰਕਾਂ ਨੂੰ ਨਾ ਤਾਂ ਇਹਨਾਂ ਦੇ ਨਾਲ ਮਿਲਣਾ ਚਾਹੁੰਦੇ, ਨਾ ਇਹਨਾਂ ਨਾਲ ਬਚਨ ਬਲਾਸ ਕਰਨਾ ਚਾਹੁੰਦੇ ਹਾਂ। ਜੇ ਅਸੀਂ ਇਹਨਾਂ ਨੂੰ ਮਿਲਾਂਗੇ, ਸਪਰਸ਼ ਕਰਾਂਗੇ, ਸਾਡਾ ਧਰਮ ਨਾਸ਼ ਹੋ ਜਾਵੇਗਾ। ਪਰ ਇਹ ਗਰੀਬ ਨਵਾਜ ਦੀਨਾ ਬੰਧੂ ਸੁਆਮੀ, ਤੁਹਾਡੀ ਆਗਿਆ ਹੀ ਸਾਡਾ ਧਰਮ ਹੈ। ਹਰਨ ਭਰਨ ਪ੍ਰਭ ਕਰਨੇ ਹਾਰੇ, ਮਹਾਰਾਜ ਜੀ ਆਪ ਜੀ ਮਾਰਨ ਵਾਲੇ ਆਪ ਵੀ ਹੋ, ਜਿਉਣ ਵਾਲੇ ਵੀ ਆਪ ਹੀ ਹੋ। ਮਹਾਰਾਜ ਆਪ ਕਰਨ ਕਾਰਨ ਸਮਰੱਥ ਸੁਆਮੀ ਹੋ। ਆਇਸ ਤੁਰ ਕੇਸਵਰ ਕੀ ਜੋਏ, ਜਿਸ ਤਰ੍ਹਾਂ ਉਹ ਤੁਰਕ ਨਰੰਗੇ ਬਾਦਸ਼ਾਹ ਦੀ ਮਹਾਰਾਜ ਜੀ ਆਗਿਆ ਕੀਤੀ ਹੈ ਬਿਸ਼ਨ ਸਿੰਘ ਰਾਜੇ ਨੂੰ, ਹਮ ਤੇ ਨਹੀਂ ਮਨਾਵਹੁ ਸੋਏ। ਸੋ ਹੈ ਗੁਰੂ ਪਾਤਸ਼ਾਹ ਜੀ ਉਸ ਤਰ੍ਹਾਂ ਉਸੇ ਤਰ੍ਹਾਂ ਉਹ ਸਾਡੇ ਤੋਂ ਨਾ ਆਗਿਆ ਮਨਾਵੋ, ਉਹ ਹੁਕਮ ਨਾ ਸਾਡੇ ਪਾਸੋਂ ਮਨਾਵੋ। ਇਹੋ ਕਾਰਜ ਪ੍ਰਭ ਵੱਡੋ ਹਮਾਰੋ, ਬਸ ਇਹੀ ਮਹਾਰਾਜ ਸਾਡਾ ਵੱਡਾ ਕਾਰਜ ਹੈ, ਇਹੀ ਸਾਡੇ ਹਿਰਦੇ ਦੀ ਇੱਛਾ ਹੈ। ਅਪਰ ਕਹੋ ਜਿਮ ਹੈ ਅਨੁਸਾਰੋ, ਸੋ ਅਪਰ ਹੋਰ ਜਿਸ ਤਰ੍ਹਾਂ ਵੀ ਆਪ ਜੀ ਸਾਨੂੰ ਕਹੋਗੇ, ਬਚਨ ਕਰੋਗੇ, ਆਪ ਜੀ ਦੇ ਉਹਨਾਂ ਬਚਨਾਂ ਦੇ ਅਨੁਸਾਰ ਹੀ ਅਸੀਂ ਹਾਂ। ਸਤਿਗੁਰ ਕਿਰਪਾ ਧਾਰ ਤਬ ਕਹਿਓ, ਸੋ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ ਕਿਰਪਾ ਧਾਰ ਕਰਕੇ ਨਾ ਇਸ ਕਾਮਰੂਪ ਦੇਸ਼ ਦੇ ਰਾਜੇ ਨੂੰ ਇਸ ਪ੍ਰਕਾਰ ਆਖਿਆ ਹੈ। ਹਮ ਤਿਮ ਕਰ ਹੈ ਜਿਮ ਹੈ ਤੁਮ ਰਹਿਓ, ਸੋ ਹੇ ਰਾਜਨ ਅਸੀਂ ਉਸੇ ਤਰ੍ਹਾਂ ਹੀ ਕਰਾਂਗੇ ਜਿਸ ਤਰ੍ਹਾਂ ਤੂੰ ਚਾਹੁੰਦਾ ਹੈ। ਬਿਸ਼ਨ ਸਿੰਘ ਧਰਮਾਤਮ ਰਾਜਾ, ਪਰ ਸੱਚੇ ਪਾਤਸ਼ਾਹ ਜੀ ਇਹ ਰਾਜੇ ਨੂੰ ਕਹਿੰਦੇ ਨੇ ਤੂੰ ਫਿਕਰ ਨਾ ਕਰ, ਇਹ ਜਿਹੜਾ ਬਿਸ਼ਨ ਸਿੰਘ ਰਾਜਾ ਹੈ ਨਾ ਧਰਮੀ ਆਤਮਾ ਹੈ, ਇਹ ਧਰਮੀ ਰਾਜਾ ਹੈ। ਹਮ ਹੋ ਭਰੋਸੇ ਸਾਜਿਓ ਕਾਜਾ, ਸੋ ਉਸ ਬਿਸ਼ਨ ਸਿੰਘ ਰਾਜੇ ਨੇ ਸਾਡੇ ਭਰੋਸੇ ਤੇ ਹੀ ਇਹ ਜਿਹੜਾ ਜੰਗ ਦਾ ਕਾਰਜ ਹੈ ਨਾ ਸਾਜਿਆ ਹੈ। ਹਿਰਦੈ ਸਰਲ ਛਲ ਰੰਚਕ ਨਾਹੀ, ਤੇ ਹਿਰਦੇ ਦੇ ਵਿੱਚ ਇੱਕ ਰੱਤੀ ਮਾਤਰ ਵੀ ਉਹਦੇ ਵਿੱਚ ਸਲ ਫਰੇਬ ਨਹੀਂ ਹੈ, ਕੋਈ ਵੀ ਉਹਦੇ ਚਤੁਰਾਈ ਨਹੀਂ, ਇੱਕ ਰੱਤੀ ਮਾਤਰ ਵੀ, ਬਹੁਤ ਉਸ ਦਾ ਸਰਲ ਸਾਫ਼ ਹਿਰਦਾ ਹੈ। ਚੱਲਹਿ ਅਬ ਹਮ ਆਇਸ ਮਾਹੀ, ਸੋ ਹੁਣ ਉਹ ਸਾਡੀ ਆਗਿਆ ਦੇ ਅਨੁਸਾਰ ਹੀ ਇਹ ਰਾਜਨ ਉਹ ਚੱਲਦਾ ਬਿਸ਼ਨ ਸਿੰਘ ਰਾਜਾ, ਤੂੰ ਫਿਕਰ ਨਾ ਕਰ। ਤਿਸ ਸੋ ਮਿਲਹੋ ਸੰਧ ਕਰ ਲੀਜੈ, ਸੋ ਉਹਨਾਂ ਦੇ ਨਾਲ ਰਾਜੇ ਬਿਸ਼ਨ ਸਿੰਘ ਦੇ ਨਾਲ ਮਿਲ ਕੇ ਨਾ ਤੂੰ ਸੰਧ ਕਰ ਲਾ। ਸਾਧ ਸੰਗਤ ਜੀ ਜਿਸ ਤਰ੍ਹਾਂ ਦੋ ਦੇਸ਼ਾਂ ਦੇ ਵਿੱਚ ਜੰਗਾਂ ਲੱਗ ਜਾਂਦੀਆਂ ਹਨ, ਤਦੋਂ ਇਹ ਜੰਗ ਨੂੰ ਖਤਮ ਕਰਨ ਵਾਸਤੇ ਇਹ ਦੋਨਾਂ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਹੁੰਦੇ ਹਨ, ਇਹ ਬੈਠਕ ਕਰਦੇ ਹਨ, ਬਹਿੰਦੇ ਨੇ। ਸੋ ਇਹ ਸੰਧ ਕਰਦੇ ਹਨ, ਆਪਸ ਦੀਆਂ ਜੋ ਮੰਗਾਂ ਹਨ ਉਹਨਾਂ ਨੂੰ ਪਾਸ ਕਰਾਉਂਦੇ ਹਨ, ਆਪਣੀਆਂ ਆਪਣੀਆਂ ਅੱਗੇ ਮੰਗਾਂ ਰੱਖਦੇ ਹਨ। ਸੋ ਉਸ ਨੂੰ ਸੰਧੀ ਕਹਿੰਦੇ ਹਨ, ਸੰਧੀ ਕਰਨੀ। ਸੋ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਾਮਰੂਪ ਦੇ ਰਾਜੇ ਨੂੰ ਕਹਿੰਦੇ ਹਨ ਕਿ ਤੂੰ ਫਿਕਰ ਨਾ ਕਰ, ਜਿਹੜਾ ਰਾਜਾ ਬਿਸ਼ਨ ਸਿੰਘ ਹੈ ਇਹ ਧਰਮੀ ਰਾਜਾ ਹੈ, ਇਹਦਾ ਹਿਰਦਾ ਸਾਫ਼ ਹੈ, ਛਲ ਫਰੇਬ ਤੋਂ ਰਹਿਤ ਹੈ, ਇਸ ਦੇ ਨਾਲ ਮਿਲ ਕੇ ਨਾ ਤੂੰ ਸੰਧੀ ਕਰ ਲਵੋ। ਆਪਣੋ ਕਾਜ ਸੁਧਾਰਨ ਕੀਜੈ, ਤੇ ਜਿਹੜਾ ਤੇਰਾ ਵਿਗੜਿਆ ਹੋਇਆ ਕਾਰਜ ਹੈ ਨਾ, ਜਿਹੜਾ ਜੰਗ ਯੁੱਧ ਦਾ ਤੈਨੂੰ ਡਰ ਲੱਗਾ ਹੋਇਆ ਹੈ ਕਿ ਮੈਂ ਜੰਗ ਨਹੀਂ ਕਰਨੀ ਇਸ ਪ੍ਰਕਾਰ, ਤੇ ਮਨ ਦੇ ਵਿੱਚ ਤੇਰਾ ਤੂੰ ਸੋਚਦਾ ਹੈ ਕਿ ਮੈਂ ਹਾਰ ਜਾਵਾਂਗਾ ਜੰਗ ਕਰਕੇ, ਇਹ ਜਿਹੜਾ ਵਿਗੜਿਆ ਹੋਇਆ ਕਾਰਜ ਹੈ ਨਾ ਤੂੰ ਸੰਧੀ ਕਰਕੇ ਸੁਧਾਰ ਲਵ। ਨਹੀਂ ਤੁਰਕ ਸੋ ਮੇਲਾ ਹੋਏ, ਸੋ ਇਹ ਜਿਹੜੇ ਤੇਰੇ ਮਨ ਦੀ ਇੱਛਾ ਹੈ ਨਾ ਉਹ ਵੀ ਪੂਰਨ ਹੋ ਜਾਵੇਗੀ, ਇਹ ਤੁਰਕਾਂ ਦੇ ਨਾਲ ਤੇਰਾ ਮਿਲਾਪ ਵੀ ਨਹੀਂ ਹੋਵੇਗਾ। ਹਰਖਤ ਰਹੋ ਪਰਸ ਪਰ ਦੋਏ, ਤੇ ਆਪਸ ਦੇ ਵਿੱਚ ਮੇਲ ਮਿਲਾਪ ਕਰਕੇ ਨਾ ਸਦਾ ਹੀ ਖੁਸ਼ ਪ੍ਰਸੰਨ ਰਵੋ। ਸੁਨ ਕਰ ਕਹਿਓ ਗੁਰੂ ਗਤ ਦੈਨ, ਸੋ ਮੁਕਤੀ ਦੇ ਦਾਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਬਚਨ ਸੁਣ ਕੇ ਇਹ ਕਾਮਰੂਪ ਦੇਸ਼ ਦੇ ਰਾਜੇ ਨੇ ਇਸ ਪ੍ਰਕਾਰ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਨੂੰ। ਰਾਵਰ ਕੋ ਹਮ ਮਾਨਿਓ ਬੈਨ, ਇਹ ਸੱਚੇ ਪਾਤਸ਼ਾਹ ਜੀ ਅਸੀਂ ਆਪ ਜੀਆਂ ਦੇ ਕਹੇ ਹੋਏ ਸਾਰੇ ਹੀ ਬਚਨ ਸੱਤ ਕਰਕੇ ਮੰਨਦੇ ਹਾਂ। ਕਹੂ ਏਕ ਬਿਨਤੀ ਸੁਣ ਲੀਜੈ, ਪਰ ਫਿਰ ਵੀ ਪਾਤਸ਼ਾਹ ਜੀ ਸਾਡੀ ਇੱਕ ਹੋਰ ਬੇਨਤੀ ਹੈ, ਉਸ ਨੂੰ ਸੁਣ ਲਵੋ। ਲਸਕਰ ਮੈਂ ਬਹੁਤ ਤੁਰਕ ਜਨੀਜੈ, ਪਾਤਸ਼ਾਹ ਜੀ ਆਪ ਜੀਆਂ ਨੇ ਬਚਨ ਕੀਤੇ ਹੈ ਕਿ ਰਾਜੇ ਨਾਲ ਤੂੰ ਮਲਾਪ ਕਰ ਲਾ, ਸੰਧੀ ਕਰ ਲਾ, ਪਰ ਮਹਾਰਾਜ ਉਹਦੀਆਂ ਫੌਜਾਂ ਦੇ ਵਿੱਚ ਲਸ਼ਕਰ ਦੇ ਵਿੱਚ
ਬਹੁਤ ਜ਼ਿਆਦੇ ਤੁਰਕ ਹੋਣਗੇ। ਤਿਨਹੁ ਨਾ ਹੋ ਰਹਿ ਆਨ ਹਮਾਰੇ। ਸੋ ਮਹਾਰਾਜ ਜੀ ਅਸੀਂ ਨਹੀਂ ਉਹਨਾਂ ਨੂੰ ਦੇਖਣਾ ਚਾਹੁੰਦੇ, ਅਸੀਂ ਕਸਮ ਖਾਧੀ ਹੋਈ ਹੈ, ਸੁਗੰਧ ਲਈ ਹੋਈ ਹੈ। ਸੋ ਇਸ ਤੁਰਕ ਨੂੰ ਅਸੀਂ ਤੁਰਕਾਂ ਨੂੰ ਵੇਖਣਾ ਨਹੀਂ ਚਾਹੁੰਦੇ, ਇਸ ਪ੍ਰਕਾਰ ਅਸੀਂ ਇਹ ਸੁਗੰਧ ਲਈ ਹੈ, ਸਹੁੰ ਖਾਧੀ ਹੋਈ ਹੈ। ਅਰ ਨਹਿ ਮਿਲਹਿ ਆਏ ਇਸ ਪਾਰੇ। ਤੇ ਨਾ ਹੀ ਅਸੀਂ ਇਸ ਪਾਰ ਆ ਕਰਕੇ ਇਹਨਾਂ ਨੂੰ ਮਿਲਣਾ ਚਾਹੁੰਦੇ ਹਾਂ। ਬ੍ਰਹਮ ਪੁੱਤਰ ਕੇ ਪਾਰ ਜੇ ਆਵਹੁ। ਪਰ ਮਹਾਰਾਜ ਜੀ ਜੇ ਬ੍ਰਹਮਪੁੱਤਰ ਇਹ ਨਦੀ ਇਹ ਦਰਿਆ ਤੋਂ ਪਾਰ ਹੋ ਕਰਕੇ ਆਪ ਜੀ ਆਵੋਗੇ, ਪਾਵਨ ਚਰਨ ਆਪਣੇ ਪਾਵਹਿ। ਤੇ ਆਪ ਜੀ ਆਪਣੇ ਪਾਵਨ ਪਵਿੱਤਰ ਚਰਨ ਸਾਡੇ ਦੇਸ਼ ਦੇ ਵਿੱਚ ਪਾਵੋਗੇ। ਦੇਸ ਪੁਨੀਤ ਕਰਹਿ ਤੁਮ ਆਏ। ਤੇ ਆਪ ਜੀ ਦੇ ਆਉਣ ਦੇ ਨਾਲ ਪਾਵਨ ਪਵਿੱਤਰ ਚਰਨ ਕਮਲ ਸਾਡੇ ਦੇਸ਼ ਦੇ ਵਿੱਚ ਪਾਉਣ ਦੇ ਨਾਲ ਇਹ ਸਾਡਾ ਦੇਸ਼, ਇਹ ਪਾਤਸ਼ਾਹ ਜੀ ਗਰੀਬ ਨਵਾਜ ਪਵਿੱਤਰ ਹੋ ਜਾਵੇਗਾ। ਸਗਲੇ ਨਰ ਸੁਭ ਦਰਸ਼ਨ ਪਾਏ। ਤੇ ਹੋਰ ਮੇਰੇ ਦੇਸ਼ ਦੇ ਜਿੰਨੇ ਵੀ ਮਨੁੱਖ ਇਸਤਰੀਆਂ ਹਨ ਆਪ ਜੀ ਦੇ ਸ਼ੁਭ ਪਾਵਨ ਪਵਿੱਤਰ ਦਰਸ਼ਨ ਪ੍ਰਾਪਤ ਕਰ ਲੈਣਗੇ। ਕੋਈ ਕਿਰਥਾਰਥ ਦੇਹ ਉਪਾਇਨ। ਸੋ ਆਪ ਜੀਆਂ ਦੇ ਦਰਸ਼ਨ ਕਰਕੇ ਆਪ ਜੀਆਂ ਨੂੰ ਭੇਟਾਵਾਂ ਦੇ ਕਰਕੇ ਕਰਤਾਰਥ ਨਿਹਾਲ ਸਫਲ ਹੋ ਜਾਣਗੇ। ਸੀਸ ਸਪਰਸਹਿ ਰਾਵਰ ਪਾਇਨ। ਆਪ ਜੀ ਦੇ ਚਰਨ ਕਮਲਾਂ ਤੇ ਸਮੂਹ ਜਿੰਨੇ ਵੀ ਦੇਸ਼ ਦੇ ਮਹਾਰਾਜ ਜੀ ਮਨੁੱਖ ਇਸਤਰੀਆਂ ਹਨ ਸਾਰੇ ਆਪ ਜੀ ਦੇ ਚਰਨਾਂ ਤੇ ਸੀਸ ਸਪਰਸ਼ ਦੇ ਚਰਨਾਂ ਦੇ ਨਾਲ। ਬਿਸ਼ਨ ਸਿੰਘ ਕੋ ਲੈ ਕਰ ਸਾਥ। ਇਹ ਪਾਤਸ਼ਾਹ ਜੀ ਆਪਣੇ ਨਾਲ ਰਾਜੇ ਬਿਸ਼ਨ ਸਿੰਘ ਨੂੰ ਲੈ ਆ ਕਰਕੇ ਆਵੋ ਦੇਸ ਤਿਸੀ ਗੁਰਨਾਥ। ਇਹ ਗੁਰੂਨਾਥ ਇਹ ਮਾਲਕ ਪਾਤਸ਼ਾਹ ਜੀ ਸਾਡੇ ਦੇਸ਼ ਦੇ ਵਿੱਚ ਆਪਣੇ ਨਾਲ ਇਹ ਰਾਜੇ ਬਿਸ਼ਨ ਸਿੰਘ ਨੂੰ ਨਾਲ ਲੈ ਕਰਕੇ ਆਵੋ। ਤਹ ਦੋਨੋਂ ਕੋ ਕਰੋ ਮਿਲਾਪ। ਸੋ ਇਹਨਾਂ ਦੋਨਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਤੂੰ ਫਿਕਰ ਨਾ ਕਰ, ਬਿਸ਼ਨ ਸਿੰਘ ਨੂੰ ਨਾਲ ਲੈ ਕੇ ਆਵਾਂਗੇ, ਤੁਹਾਡੇ ਦੋਵਾਂ ਦੇ ਨਾਲ ਮਿਲਾਪ ਕਰਾਵਾਂਗੇ। ਦੋਹੇ ਦਿਸ ਮਨ ਹੈ ਕਹੋ ਜੋ ਆਪ। ਸੋ ਦੋਵਾਂ ਦਿਸ਼ਾ ਤੋਂ ਜਿਸ ਤਰ੍ਹਾਂ ਵੀ ਆਪ ਜੀ ਕਹੋਗੇ ਨਾ ਉਸੇ ਤਰ੍ਹਾਂ ਹੀ ਅਸੀਂ ਮੰਨਾਂਗੇ। ਸਤਿਗੁਰ ਕਹਿਓ ਇਸੀ ਬਿਧ ਹੋਏ। ਸੋ ਸਾਧ ਸੰਗਤ ਜੀ ਇਹ ਰਾਜਨ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ ਜੀ ਬਿਸ਼ਨ ਸਿੰਘ ਨੂੰ ਆਪਣੇ ਨਾਲ ਲੈ ਕਰਕੇ ਆਓ ਅਤੇ ਉਸ ਨੂੰ ਲੈ ਕਰਕੇ ਦੋਵੇਂ ਪਾਸੋਂ ਜਿਸ ਤਰ੍ਹਾਂ ਵੀ ਆਪ ਜੀ ਕਹੋਗੇ ਆਪ ਜੀ ਦੇ ਬਚਨ ਸਤ ਨੇ। ਇਸ ਪ੍ਰਕਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਾਮਰੂਪ ਦੇ ਰਾਜੇ ਦੀ ਕਹੀ ਹੋਈ ਬੇਨਤੀ ਅਰਜੋਈ ਰਹੀ ਹੈ ਜੀ। ਤੇਰੇ ਵਿਪਰੈ ਕਰਹਿ ਨਾ ਕੋਏ। ਸੋ ਇਹ ਤੂੰ ਫਿਕਰ ਨਾ ਕਰ, ਤੇਰੇ ਤੋਂ ਉਲਟ ਅਸੀਂ ਕੁਝ ਵੀ ਨਹੀਂ ਕਰਾਂਗੇ। ਇਹ ਕਾਮਰੂਪ ਦੇ ਦੇਸ਼ ਦੇ ਰਾਜੇ ਜਿਸ ਤਰ੍ਹਾਂ ਵੀ ਤੂੰ ਕਹੇਗਾ ਸੋ ਹੋਵੇਗਾ। ਜਬ ਕੋ ਆਨ ਸਰਨ ਤੈ ਪਰਿਓ। ਸੋ ਜਦੋਂ ਦਾ ਤੂੰ ਸਾਡੀ ਸ਼ਰਨ ਦੇ ਵਿੱਚ ਆ ਕਰਕੇ ਪਿਆ ਹੈ ਹਮ ਚਾਹੇ ਦੋਨੋਂ ਕੋ ਭਲ ਕਰਿਓ। ਸੋ ਅਸੀਂ ਤਦੋਂ ਤੋਂ ਹੀ ਤੁਹਾਡੇ ਦੋਵਾਂ ਦਾ ਹੀ ਭਲਾ ਕਰਨਾ ਚਾਹੁੰਦੇ ਹਾਂ। ਸਾਦਰ ਗੁਰੂ ਦਇਓ ਸਿਰ ਪਾਏ। ਸੋ ਬੜੇ ਆਦਰ ਦੇ ਨਾਲ ਸਤਿਕਾਰ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਇਸ ਕਾਮਰੂਪ ਦੇ ਰਾਜੇ ਨੂੰ ਸਿਰਪਾਓ ਭੇਟਾ ਕੀਤਾ ਹੈ। ਬੰਧਨ ਕਰ ਗਮਨਿਓ ਤਬ ਰਾਏ। ਸੋ ਇਹ ਨਮਸਕਾਰਾਂ ਕਰਕੇ ਅਰਜੁਨ ਬੇਨਤੀਆਂ ਕਰਕੇ ਕਾਮਰੂਪ ਦੇ ਦਾ ਰਾਜਾ ਆਪਣੇ ਦੇਸ਼ ਦੇ ਵਿੱਚ ਵਾਪਸ ਚਲਾ ਗਿਆ ਹੈ। ਨਿਸਕਰ ਨੌਕਾ ਪਰ ਚੜ ਗਇਓ। ਸੋ ਰਾਤ ਹੋ ਗਈ ਹੈ। ਇਹ ਰਾਤ ਨੂੰ ਆਪਣੀ ਜੋ ਬੇੜੀ ਹੈ ਨਾ ਜਿਸ ਤੇ ਆਇਆ ਸੀ ਬੇੜੀ ਉੱਪਰ ਚੜ ਗਿਆ ਹੈ। ਸੋ ਆਪਣੇ ਦੇਸ਼ ਨੂੰ ਵਾਪਸ ਚਲਾ ਗਿਆ ਹੈ ਜੀ। ਪ੍ਰਾਪਤ ਭਵਨ ਆਪਨੇ ਭਇਓ। ਸੋ ਤਦੋਂ ਆਪਣੇ ਮਹਿਲਾਂ ਨੂੰ ਪ੍ਰਾਪਤ ਹੋ ਗਿਆ। ਮਹਿਲਾਂ ਦੇ ਵਿੱਚ ਇਹ ਰਾਜਾ ਆਪਣੇ ਪਰਿਵਾਰ ਸਮੇਤ ਚਲਾ ਗਿਆ ਹੈ। ਭਈ ਪ੍ਰਾਤ ਨਿਜ ਦਾਸ ਬਿਠਾਇਓ। ਸੋ ਜਦੋਂ ਦਿਨ ਚੜਿਆ ਹੈ ਨਾ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਪਣੇ ਸੇਵਕ ਨੂੰ ਸਿੱਖ ਨੂੰ ਭੇਜਿਆ ਬਿਸ਼ਨ ਸਿੰਘ ਰਾਜੇ ਪਾਸ। ਬਿਸ਼ਨ ਸਿੰਘ ਕੋ ਨਿਕਟ ਬੁਲਾਇਓ। ਸੋ ਰਾਜੇ ਬਿਸ਼ਨ ਸਿੰਘ ਨੂੰ ਸਤਿਗੁਰੂ ਸਾਹਿਬ ਜੀਆਂ ਨੇ ਆਪਣੇ ਕੋਲ ਬੁਲਾਇਆ ਹੈ। ਕੀਨ ਬੰਦਨਾ ਬੈਠਿਓ ਪਾਸ। ਰਾਜਾ ਬਿਸ਼ਨ ਸਿੰਘ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਨਮਸਕਾਰ ਕਰਕੇ ਡੰਡਾਉਤ ਬੰਦਨਾ ਕਰਕੇ ਪਾਸ ਬੈਠ ਗਿਆ ਹੈ ਜੀ। ਭਨਤ ਬਿਨੈ ਮੈਂ ਹੋ ਤੁਮ ਦਾਸ। ਤੇ ਅਰਦਾਸਾਂ ਬੇਨਤੀਆਂ ਕਰਦਾ ਰਾਜਾ ਬਿਸ਼ਨ ਸਿੰਘ, हे ਗਰੀਬ ਨਿਵਾਜ ਸੁਆਮੀ ਸਤਿਗੁਰੂ ਜੀ ਮੈਂ ਆਪ ਜੀ ਦਾ ਸੇਵਕ ਹਾਂ, ਦਾਸ ਹਾਂ। ਸ੍ਰੀ ਗੁਰੂ ਤੇਗ ਬਹਾਦਰ ਸਾਰੋ। ਸੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ ਬਿਤਿਓ ਬਿਰਤੰਤ ਬਤਾਏ ਉਦਾਰੋ। ਤੇ ਜਿਹੜਾ ਰਾਤ ਸਾਰਾ ਬਿਰਤਾਂਤ ਪ੍ਰਸੰਗ ਬਤੀਤ ਹੋਇਆ ਸੀ ਨਾ ਸਾਰਾ ਇਸ ਰਾਜੇ ਨੂੰ ਕਹਿ ਕਰਕੇ ਸੁਣਾਇਆ ਹੈ। ਵਿਜੈ ਭਈ ਤੇਰੀ ਸਭ ਰੀਤ। ਸੋ ਸਾਰਿਆਂ ਤਰੀਕਿਆਂ ਦੇ ਨਾਲ ਇਹ ਰਾਜੇ ਬਿਸ਼ਨ ਸਿੰਘ ਤੇਰੀ ਜਿੱਤ ਹੋ ਗਈ ਹੈ। ਜਿਨ ਕਿਉ
ਸਕਿਓ ਨਾ ਕੋ ਜੀਤ। ਸੋ ਜਿਨ੍ਹਾਂ ਨੂੰ ਕਾਮਰੂਪ ਦੇ ਰਾਜਿਆਂ ਨੂੰ ਅਜੇ ਤੱਕ ਕੋਈ ਵੀ ਨਹੀਂ ਜਿੱਤ ਸਕਿਆ ਸੀ। ਸੋ ਤੁਝ ਮਿਲੈ ਉਪਾਇ ਨ ਦੈ ਹੈ। ਸੋ ਇਹ ਤੂੰ ਫਿਕਰ ਨਾ ਕਰ, ਖੁਸ਼ ਹੋ। ਇਹ ਰਾਜੇ ਬਿਸ਼ਨ ਸਿੰਘ ਉਹ ਤੈਨੂੰ ਭੇਟਾਵਾਂ ਦੇ ਕਰਕੇ ਤੇਰੇ ਨਾਲ ਮਿਲਾਪ ਕਰਨਾ ਚਾਹੁੰਦਾ ਹੈ। ਬਲ ਜੋ ਬਸ ਨ ਹੈ ਹੋਇਆ ਹੈ। ਸੋ ਹਜੇ ਤੱਕ ਜਿਹੜਾ ਦੇਸ਼ ਤੰਤਰਾਂ ਮੰਤਰਾਂ ਦੇ ਜੋ ਬਹੁਤੇ ਜ਼ਿਆਦਾ ਤੰਤਰਾਂ ਮੰਤਰਾਂ ਦੇ ਸਹਿਤ ਸੀ, ਕਿਸੇ ਦੇ ਵਸ ਦੇ ਵਿੱਚ ਨਹੀਂ ਸੀ ਆਉਂਦਾ, ਅਧੀਨ ਨਹੀਂ ਸੀ ਹੁੰਦਾ। ਰਾਜਪੂਤ ਲਿਓ ਸੰਗ ਹਜ਼ਾਰ। ਸੋ ਕਹਿੰਦੇ ਹੁਣ ਆਪਣੇ ਨਾਲ ਨਾ ਤੂੰ ਸਿਪਾਹੀ ਲੈ, 1000 ਰਾਜਪੂਤ ਜਿਹੜੇ ਸਿਪਾਹੀ ਆਪਣੇ ਨਾਲ ਲੈ ਲਵੋ। ਬਲੀ ਤੁਰੰਗਨ ਕੇ ਅਸਵਾਰ। ਜਿਹੜੇ ਬਹੁਤੇ ਬਲੀ ਤਰੰਗ ਜਿਹੜੇ ਘੋੜਿਆਂ ਦੇ ਸਵਾਰ ਸਿਪਾਹੀ ਹਨ, ਉਹਨਾਂ ਨੂੰ 1000 ਸਿਪਾਹੀਆਂ ਨੂੰ ਆਪਣੇ ਨਾਲ ਲੈ ਲਵੋ। ਆਜ ਕਰੋ ਤਿਆਰੀ ਸਭ ਭਾਂਤ। ਸੋ ਅੱਜ ਹੀ ਤੂੰ ਸਾਰੇ ਤਰੀਕਿਆਂ ਦੇ ਨਾਲ ਰਾਜੇ ਬਿਸ਼ਨ ਸਿੰਘ ਇਹ ਕਾਮਰੂਪ ਦੇਸ਼ ਤੇ ਜਾਣ ਦੀ ਜੋ ਚਾਲੇ ਪਾਉਣ ਦੀ ਤਿਆਰੀ ਮੁਕੰਮਲ ਕਰ ਲੈ। ਤਰੀਨ ਚੜੋ ਹੋਤ ਹੀ ਪ੍ਰਾਤ। ਸੋ ਜਦੋਂ ਅੰਮ੍ਰਿਤ ਵੇਲਾ ਹੋਵੇਗਾ, ਦਿਨ ਚੜੇਗਾ, ਦਿਨ ਚੜ੍ਹਦਿਆਂ ਸਾਰ ਹੀ ਦੇ ਉੱਤੇ ਚੜ ਕੇ ਇਸ ਬ੍ਰਹਮਪੁੱਤਰ ਦਰਿਆ ਤੋਂ ਪਾਰ ਹੋ ਕੇ ਸੁਣ ਨਿਰਪ ਕੇ ਆਨੰਦ ਵੱਡ ਭਇਓ। ਸੋ ਕਹਿੰਦੇ ਇਹ ਰਾਜਾ ਕਹਿੰਦਾ, ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਅੰਮ੍ਰਿਤ ਵੇਲਾ ਹੁੰਦਿਆਂ ਹੀ ਇਹ ਬੇੜੀ ਤੇ ਨੌਕਾ ਤੇ ਸਵਾਰ ਹੋ ਕਰਕੇ ਇਹ ਦਰਿਆ ਨੂੰ ਪਾਰ ਕਰਕੇ ਕਾਮਰੂਪ ਦੇਸ਼ ਦੇ ਰਾਜੇ ਦੇ ਪਾਸ ਜਾਣਾ ਹੈ। ਸੋ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀਆਂ ਦੇ ਬਚਨ ਸੁਣ ਕਰਕੇ ਇਹ ਜਿਹੜਾ ਰਾਜਾ ਹੈ ਬਹੁਤ ਜ਼ਿਆਦਾ ਖੁਸ਼ ਹੋਇਆ ਹੈ ਜੀ। ਜਨ ਨਵ ਨਿਦਨ ਕੋ ਹਾਰ ਲਿਓ। ਸੋ ਕਵੀ ਜੀ ਇੱਥੇ ਕਵੀ ਭਾਈ ਸੰਤੋਖ ਸਿੰਘ ਜੀ ਉਦਾਹਰਨ ਦਿੰਦੇ ਹਨ, ਜਿਸ ਤਰ੍ਹਾਂ ਕਿਸੇ ਆਮ ਮਨੁੱਖ ਨੇ ਸੋ 9 ਨਿਧੀਆਂ ਨੂੰ ਚਰਾ ਲਿਆ ਹੋਵੇ, ਇਸ ਤਰ੍ਹਾਂ ਇਹ ਰਾਜਾ ਬਿਸ਼ਨ ਸਿੰਘ ਖੁਸ਼ ਹੋਇਆ ਸਤਿਗੁਰੂ ਸਾਹਿਬ ਜੀਆਂ ਦੇ ਪਾਸੋਂ ਇਹ ਬਚਨ ਸੁਣ ਕੇ। ਬਾਰੰਬਾਰ ਬੰਦਨਾ ਠਾਨਤ। ਇਤਨਾ ਜ਼ਿਆਦਾ ਖੁਸ਼ ਹੋ ਗਿਆ ਰਾਜਾ ਬਿਸ਼ਨ ਸਿੰਘ, ਬਾਰ-ਬਾਰ ਪਾਤਸ਼ਾਹ ਜੀਆਂ ਨੂੰ ਡੰਡਾਵਤ ਬੰਦਨਾ ਕਰ ਰਿਹਾ ਹੈ ਜੀ। ਏ ਪ੍ਰਭ ਨਿਜ ਜੀਵਨ ਅਬ ਜਾਣਤ। ਇਹ ਸੱਚੇ ਪਾਤਸ਼ਾਹ ਜੀ, ਅੱਗੇ ਤਾਂ ਇਸ ਤਰ੍ਹਾਂ ਲੱਗਦਾ ਸੀ ਹੁਣ ਤਾਂ ਮੌਤ ਨੂੰ ਪ੍ਰਾਪਤ ਹੋ ਜਾਵਾਂਗੇ। ਇਹ ਮਹਾਰਾਜ ਜੀਓ, ਆਪ ਜੀ ਦੇ ਬਚਨ ਸੁਣ ਕਰਕੇ ਅਸੀਂ ਜੀਵਨ ਪਾ ਲਿਆ ਹੈ। ਹੁਣ ਸਾਨੂੰ ਲੱਗਦਾ ਹੈ ਸਾਨੂੰ ਜੀਵਨ ਦੀ ਪ੍ਰਾਪਤੀ ਹੋ ਗਈ ਹੈ, ਇੱਥੋਂ ਜਿਉਂਦੇ ਹੀ ਆਪਣੇ ਘਰਾਂ ਨੂੰ ਵਾਪਸ ਜਾਵਾਂਗੇ। ਪ੍ਰਾਨ ਦਾਨ ਮੋਕੋ ਤੁਮ ਦੀਨਸ। ਇਹ ਗਰੀਬ ਨਵਾਜ ਸਵਾਮੀ ਸਤਿਗੁਰੂ ਜੀ, ਤੁਸੀਂ ਸਾਨੂੰ ਇਹ ਪ੍ਰਾਣਾ ਦਾ ਜਿਹੜਾ ਦਾਨ ਬਖਸ਼ਿਸ਼ ਕੀਤਾ ਹੈ, ਸਗਰੇ ਕਾਜ ਸੁਧਾਰਨ ਕੀਨਸ। ਸਾਰੇ ਜਿੰਨੇ ਵੀ ਸਾਡੇ ਕਾਰਜਨ ਮਹਾਰਾਜ ਸਾਰੇ ਸੁਧਾਰ ਦਿੱਤੇ ਹਨ, ਫਤਿਹ ਕਰਾ ਦਿੱਤੇ ਨੇ। ਇਤ ਆਦਿਕ ਕਹਿ ਬਿਨੈ ਵਡਾਈ। ਇਤਿਆਦਿਕ ਇਸ ਤਰ੍ਹਾਂ ਬਹੁਤ ਬੇਨਤੀਆਂ ਕਰਕੇ ਸਤਿਗੁਰੂ ਸਾਹਿਬ ਜੀ ਦੀ ਮਹਿਮਾ ਵਡਿਆਈ ਕਰਦਾ ਹੈ ਰਾਜਾ ਬਿਸ਼ਨ ਸਿੰਘ ਜੀ। ਸਿਮਰ ਜਾਏ ਤਿਆਰੀ ਕਰਵਾਈ। ਸੋ ਤਦੋਂ ਇਹ ਸਾਰਿਆਂ ਬਚਨ ਬਲਾਸ ਕਰਕੇ ਨਾ ਇਹ ਆਪਣੇ ਲਸ਼ਕਰ ਆਪਣੀਆਂ ਫੌਜਾਂ ਦੇ ਪਾਸ ਗਿਆ ਹੈ। ਇਹ ਸਾਰੀਆਂ ਫੌਜਾਂ ਦੀ ਇਹਨੇ ਸਤਿਗੁਰੂ ਸਾਹਿਬ ਜੀਆਂ ਦੇ ਬਚਨ ਮਾਰ ਕੇ ਸਾਧ ਸੰਗਤ ਜੀ ਤਿਆਰੀ ਮੁਕੰਮਲ ਕਰਵਾਈ ਹੈ। ਰਾਜਪੂਤ ਭੱਟ 1000। ਸੋ 1000 ਜਿਹੜੇ ਸੂਰਮੇ ਹਨ, ਰਾਜਪੂਤ ਜਿਹੜੇ ਸੂਰਮੇ ਸਿਪਾਹੀ ਹਨ 1000 ਜੀ। ਬੀਨ ਬੀਨ ਕੀਨ ਸਭ ਨਿਆਰੇ। ਸੋ ਨਿਆਰੇ ਜਿਹੜੇ ਵਿਲੱਖਣ ਸੀ ਨਾ, ਚੁਣ ਚੁਣ ਕੇ ਇਕੱਲੇ ਵੱਖਰੇ ਕਰ ਲਏ ਹਨ 1000 ਸੂਰਮੇ ਰਾਜਪੂਤ। ਸ਼ਸਤਰ ਬਸਤਰ ਸੁਭ ਧਾਰਨ ਹਾਰੇ। ਸੋ ਬਹੁਤ ਜਿਹੜੇ ਸੁੰਦਰ ਬਸਤਰ ਸ਼ਸਤਰ ਬਸਤਰ ਜਿਹੜੇ ਇਹਨਾਂ ਨੇ ਧਾਰਨ ਕਰਨ ਵਾਲੇ ਸੀ ਰਾਜਿਆਂ ਦੇ ਜਿਹੜੇ ਸਿਪਾਹੀ ਕਹਿਓ ਅਰੂਡਾ ਹੋਤ ਸਕਾਰੇ। ਸੋ ਉਹਨਾਂ ਨੂੰ ਆਖਿਆ ਕਿ ਸੁੰਦਰ ਸ਼ਸਤਰ ਅਤੇ ਸਜਾ ਕਰਕੇ ਨਾ ਇਹ ਅਰੁੱਢ ਹੋ, ਘੋੜਿਆਂ ਤੇ ਸਵਾਰ ਹੋ ਨਿਸਾ ਬਿਖੈ ਕਰ ਸੋਇਓ। ਸੋ ਕਹਿੰਦੇ ਇਹ ਤਨਾ ਸਾਲ ਤਿਆਰੀ ਕਰਕੇ ਨਾ ਸ਼ਸਤਰਾਂ ਬਸਤਰਾਂ ਦੀ, ਘੋੜਿਆਂ ਦੀ, ਰਾਤ ਨੂੰ ਇਹ ਤੁਸੀਂ ਤਿਆਰੀ ਮੁਕੰਮਲ ਕਰਕੇ ਸੋਣਾ ਹੈ ਜੀ। ਵੱਡੀ ਭੋਰ ਉਠ ਕਾਰਜ ਜੋਇਓ। ਤੇ ਵੱਡੀ ਸਵੇਰ ਉੱਠ ਕਰਕੇ ਇਹ ਕਾਰਜ ਨੂੰ ਲੱਗ ਜਾਣਾ ਹੈ ਜਿਹੜਾ ਤੁਹਾਨੂੰ ਕਾਰਜ ਦਿੱਤਾ ਹੈ ਨਾ। 1000 ਸਿਪਾਹੀਆਂ ਨੇ ਤਿਆਰ ਬਰ ਤਿਆਰ ਹੋ ਜਾਣਾ ਹੈ ਘੋੜਿਆਂ ਦੇ ਸਹਿਤ। ਕਰ ਸਨਾਨ ਪਟ ਆਯੁਧ ਧਾਰੇ। ਸੋ ਇਸੇ ਤਰ੍ਹਾਂ ਇਹ ਵਿਸ਼ੇ ਨੇ ਇਸ਼ਨਾਨ ਕੀਤਾ ਹੈ ਅਤੇ ਰੇਸ਼ਮੀ ਕੱਪੜੇ ਦੇ ਜਿਹੜੇ ਸੁੰਦਰ ਬਸਤਰ ਹਨ ਸਰੀਰ ਦੇ ਉੱਤੇ ਧਾਰਨ ਕੀਤੇ ਹਨ।
ਸ਼ਸਤਰਾਂ ਨੂੰ ਸਰੀਰ ਦੇ ਉੱਤੇ ਧਾਰਨ ਕੀਤਾ ਹੈ ਜੀ ਰਾਜੇ ਬਿਸ਼ਨ ਸਿੰਘ ਨੇ। ਮਿਲ ਸਤਿਗੁਰ ਕੋ ਕੀਨ ਸਤਿਆਰੇ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੂੰ ਆ ਕਰਕੇ ਰਾਜਾ ਬਿਸ਼ਨ ਸਿੰਘ ਮਿਲਿਆ ਹੈ, ਬੇਨਤੀ ਕੀਤੀ ਹੈ ਪਾਤਸ਼ਾਹ ਜੀ ਸਾਰੀ ਜਿੰਨੀ ਵੀ ਤਿਆਰੀ ਮੁਕੰਮਲ ਕਰ ਰਹੀ ਹੈ ਜੀ। ਸਿਵਕਾ ਪਰਨ ਰਿਪ ਕੇ ਸੰਗ ਚਾਲੇ। ਸੋ ਇਸ ਤਰ੍ਹਾਂ ਸਾਰੀ ਤਿਆਰੀ ਮੁਕੰਮਲ ਕਰਕੇ ਪਾਤਸ਼ਾਹ ਜੀਆਂ ਦੇ ਪਾਸ ਆ ਕਰਕੇ ਬੇਨਤੀਆਂ ਰਜੋਈਆਂ ਕਰਕੇ ਮਹਾਰਾਜ ਜੀਆਂ ਨੂੰ ਨਾਲ ਲੈ ਕਰਕੇ ਸਾਧ ਸੰਗਤ ਜੀਓ ਇਹ ਜੋ ਬੇੜੀ ਸੀ ਨਾ ਬ੍ਰਹਮਪੁੱਤਰ ਦਰਿਆ ਦੇ ਕਿਨਾਰੇ ਤੇ ਗਏ ਹਨ। ਚੱਡ ਤਰੀਨ ਪਰ ਨੀਰ ਬਿਸਾਲੇ। ਸੋ ਕਵੀ ਜੀ ਕਹਿੰਦੇ ਹਨ ਜਦੋਂ ਇਹ ਬਹੁਤਾ ਬ੍ਰਹਮਪੁੱਤਰ ਜਿਹੜਾ ਦਰਿਆ ਨਾ ਬੜਾ ਡੂੰਘਾ ਹੈ, ਬੜਾ ਗਹਿਰਾ ਜਲ ਹੈ, ਉਹਦੇ ਉੱਪਰ ਜਿਹੜੀ ਬੇੜੀ ਹੈ ਚੱਲ ਪਈ ਹੈ ਦੂਸਰੇ ਪਾਸੇ ਨੂੰ। ਪਹੁੰਚੇ ਪਾਰ ਜਾਏ ਕਰ ਜਬੈ। ਤੇ ਜਦੋਂ ਇਹ ਪਰਲੇ ਕਿਨਾਰੇ ਤੇ ਪਹੁੰਚ ਗਏ ਹਨ ਸੁਣਿਓ ਕਾਮਰੂਪ ਪਤਨ ਦੇ ਤਬੈ। ਤੇ ਕਾਮਰੂਪ ਦੇ ਰਾਜੇ ਨੇ ਤਦੋਂ ਇਹ ਸਾਰੀ ਗੱਲ ਸੁਣੀ ਹੈ ਕਿ ਰਾਜਾ ਬਿਸ਼ਨ ਸਿੰਘ ਸਤਿਗੁਰੂ ਸਾਹਿਬ ਜੀਆਂ ਦੇ ਸਹਿਤ ਇਸ ਸਾਡੇ ਦੇਸ਼ ਦੇ ਵਿੱਚ ਪਧਾਰ ਗਿਆ ਹੈ, ਆ ਪੁੱਜਿਆ ਹੈ। ਕੁਛ ਤੁਰੰਗ ਯਾਰ ਬਸਤਰ ਬਿਸਾਲੇ। ਸੋ ਕੁਝ ਕੁ ਜਿਹੜੇ ਘੋੜੇ ਹਨ ਅਤੇ ਰੇਸ਼ਮੀ ਕੱਪੜੇ ਦੇ ਸੁੰਦਰ ਬਸਤਰ ਹਨ। ਦਰਬ ਲਿਓ ਕੇਤਕ ਸੰਗ ਚਾਲੇ। ਸੋ ਆਪਣੇ ਨਾਲ ਕੁਝ ਕੁ ਧਨ ਲਿਆ ਹੈ, ਸੋਨੇ ਦੀਆਂ ਮੋਹਰਾਂ ਲਈਆਂ ਹਨ, ਸੁੰਦਰ ਬਸਤਰ ਅਤੇ ਘੋੜੇ ਰਾਜੇ ਨੇ ਆਪਣੇ ਨਾਲ ਲੈ ਲਏ ਹਨ। ਗੁਰੂ ਪਾਤਸ਼ਾਹ ਜੀਆਂ ਦੇ ਸਵਾਗਤ ਵਾਸਤੇ ਸਤਿਕਾਰ ਵਾਸਤੇ ਚੱਲ ਪਏ ਹਨ। ਆਵਰ ਨੇ ਆਛੀ ਗਈ। ਸੋ ਕਵੀ ਜੀ ਕਹਿੰਦੇ ਹਨ ਹੋਰ ਵੀ ਬਹੁਤ ਸੁੰਦਰ ਜਿਹੜੀਆਂ ਇੱਥੇ ਜੋ ਭੇਟਾਵਾਂ ਹਨ, ਜੋ ਬੇਸ਼ਕੀਮਤੀ ਉਪਹਾਰ ਹਨ। ਉਪਜੈ ਤਿਸੀ ਦੇਸ ਮਹਿ ਜੇਈ। ਸੋ ਜਿਹੜੇ ਅਸਾਮ ਦੇ ਵਿੱਚ ਪੈਦਾ ਹੁੰਦੇ ਹਨ ਆਇਸ ਮਿਲਿਓ ਭੂਪਤ ਕੇ ਸਾਥ। ਸੋ ਉਹ ਲੈ ਕਰਕੇ ਭੇਟਾਵਾਂ ਜਿਹੜੇ ਅਸਾਮ ਦੇ ਵਿੱਚ ਪੈਦਾ ਹੁੰਦੀਆਂ ਹਨ। ਇਹ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਇਹ ਰਾਜੇ ਬਿਸ਼ਨ ਸਿੰਘ ਦੇ ਪਾਸ ਆ ਕਰਕੇ ਮਿਲਿਆ ਹੈ। ਇਹ ਕਾਮਰੂਪ ਦੇ ਦੋਹਨ ਬੀਚ ਬੈਠੇ ਗੁਰਨਾਥ। ਸੋ ਇਹਨਾਂ ਦੋਵਾਂ ਰਾਜੇ ਬਿਸ਼ਨ ਸਿੰਘ ਦੇ ਵਿੱਚ ਤੇ ਰਾਜਾ ਬਿਸ਼ਨ ਸਿੰਘ ਅਤੇ ਕਾਮਰੂਪ ਦੇ ਰਾਜੇ ਦੇ ਵਿੱਚ ਸਵਾਮੀ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪ ਵਿੱਚ ਬੈਠੇ। ਲੈਣ ਦੇਣ ਜੇਤਕ ਮਨ ਭਾਇਓ। ਸੋ ਜਿੰਨੀ ਵੀ ਲੈਣ ਦੇਣ ਮਨ ਜਿਤ ਭਾਇਓ। ਸੋ ਜਿੰਨੀਆਂ ਵੀ ਭੇਟਾਵਾਂ ਦਿੱਤੀਆਂ ਸੀ ਸਾਰਾ ਬਹੁਤ ਇਹ ਰਾਜਾ ਬਿਸ਼ਨ ਸਿੰਘ ਖੁਸ਼ ਹੋਇਆ ਹੈ। ਅਤੇ ਹੋਰ ਵੀ ਜਿਸ ਪ੍ਰਕਾਰ ਸਾਧ ਸੰਗਤ ਜੀਓ ਇਹਨਾਂ ਦਾ ਸਮਝੌਤਾ ਕਰਾਉਣਾ, ਸੰਧੀ ਕਰਾਉਣੀ ਹੈ, ਜੋ ਵੀ ਲੈਣ ਦੇਣ ਦਾ ਜੋ ਵੀ ਕਾਰਜ ਸੀ ਮਨ ਨੂੰ ਭਾਉਂਦਾ ਹੈ, ਸ੍ਰੀ ਪ੍ਰਭ ਦੋਨੋਂ ਤੇ ਕਰਵਾਇਓ। ਸੋ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ ਇਹਨਾਂ ਦੋਵਾਂ ਰਾਜਿਆਂ ਦੀ ਸੰਧੀ ਕਰਵਾਈ ਹੈ। ਜੋ ਵੀ ਮਨ ਦੀਆਂ ਮੰਗਾਂ ਹਨ ਆਪੋ ਆਪਣੀਆਂ ਮੰਗਾਂ ਮੁਕੰਮਲ ਤੌਰ ਤੇ ਪੂਰਨ ਕਰਵਾ ਲਈਆਂ ਹਨ ਜੀ ਨੇ। ਭਾਈ ਮਿੱਤਰਤਾ ਆਪਸ ਮਾਹੀ। ਸੋ ਸਾਧ ਸੰਗਤ ਜੀਓ ਇਹ ਬਿਸ਼ਨ ਸਿੰਘ ਰਾਜਾ ਤੇ ਕਾਮਰੂਪ ਦੇ ਰਾਜੇ ਦੇ ਵਿੱਚ ਆਪਸ ਦੇ ਵਿੱਚ ਦੋਸਤੀ ਹੋ ਗਈ ਹੈ, ਮਿੱਤਰਤਾ ਹੀ ਹੋ ਗਈ ਹੈ ਜੀ। ਵਧਿਓ ਪ੍ਰੇਮ ਰਸ ਔਰ ਹਰ ਖਾਹੀ। ਤੇ ਬਹੁਤ ਜ਼ਿਆਦਾ ਖੁਸ਼ ਹੋਏ ਹਨ ਅਤੇ ਇਹਨਾਂ ਦਾ ਜਿਹੜਾ ਮਿੱਤਰਤਾ ਦਾ ਪ੍ਰੇਮ ਦਾ ਜਿਹੜਾ ਰਸ ਹੈ ਨਾ ਬਹੁਤ ਜ਼ਿਆਦਾ ਵੱਧ ਗਿਆ ਹੈ। ਬਹੁਤ ਜ਼ਿਆਦਾ ਪ੍ਰਸੰਨ ਹੋ ਰਹੇ ਹਨ ਦੋਨੋਂ ਰਾਜਨ। ਆਪਸ ਮਹਿ ਪਲਟੀ ਦਸਤਾਰ। ਤੇ ਆਪਸ ਦੇ ਵਿੱਚ ਇਹਨਾਂ ਦੋਵਾਂ ਨੇ ਜਿਹੜੀ ਦਸਤਾਰ ਹੈ ਪਲਟ ਲਈ ਹੈ। ਜਿਸ ਤਰ੍ਹਾਂ ਆਪਾਂ ਵੀ ਪੰਜਾਬੀ ਦੇ ਵਿੱਚ ਆਮ ਤੌਰ ਤੇ ਕਹਿੰਦੇ ਹਨ ਪੱਗ ਵੱਟ ਭਰਾ ਬਣ ਗਏ ਹਨ, ਇਸ ਤਰ੍ਹਾਂ ਇਹ ਦੋਨਾਂ ਰਾਜਿਆਂ ਨੇ ਆਪਸ ਦੇ ਵਿੱਚ ਪੱਗ ਵਟਾ ਲਈ ਹੈ ਜੀ। ਮਿਲੇ ਅੰਕ ਪਰ ਭੁਜਾ ਪਸਾਰ। ਤੇ ਦੋਵਾਂ ਨੇ ਬਾਹਾਂ ਫੈਲਾ ਕਰਕੇ ਬਾਹਾਂ ਖੋਲ ਕਰਕੇ ਇੱਕ ਦੂਸਰੇ ਨੂੰ ਜੱਫੀ ਪਾ ਲਈ ਹੈ, ਬੜੀ ਘੁੱਟ ਕਰਕੇ ਮਿਲੇ ਹਨ। ਭਣਤ ਪਰਸਪਰ ਮਧੁਰੇ ਬੈਨ। ਤੇ ਆਪਸ ਦੇ ਵਿੱਚ ਬਹੁਤ ਮਿੱਠੇ ਕੋਮਲ ਬਚਨ ਬਲਾਸ ਕਰ ਰਹੇ ਹਨ ਜੀ। ਹਰਖਤ ਪਿਖਤ ਸਮੁਖ ਕਰ ਨੈਣ। ਸੋ ਕਹਿੰਦੇ ਇੱਕ ਦੂਸਰੇ ਨੂੰ ਵੇਖ ਕਰਕੇ ਨਾ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ। ਆਪਣੇ ਨੇਤਰਾਂ ਦੇ ਨਾਲ ਦੋਵੇਂ ਰਾਜੇ ਇੱਕ ਦੂਸਰੇ ਨੂੰ ਦੇਖਦੇ ਹਨ। ਆਪਸ ਦੇ ਵਿੱਚ ਇੱਕ ਦੂਸਰੇ ਨੂੰ ਦੇਖ ਕਰਕੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਇਹ ਰਾਜਨ ਬਹੁਤ ਜ਼ਿਆਦਾ ਪ੍ਰਸੰਨ ਹੋ ਰਹੇ ਹਨ ਜੀ। ਦੇਸ ਕਾਮਰੂ ਕੇਰ ਨਰੇਸ਼। ਸੋ ਇਹ ਕਾਮਰੂਪ ਦੇਸ਼ ਦਾ ਜਿਹੜਾ ਰਾਜਾ ਸੀ ਸਤਿਗੁਰ ਸੋ ਕਹਿ ਬਿਨੈ ਵਿਸ਼ੇਸ਼। ਸੋ ਵਿਸ਼ੇਸ਼ ਤੌਰ ਤੇ ਬੇਨਤੀਆਂ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਇਸ ਪ੍ਰਕਾਰ ਇਹ ਕਹਿੰਦਾ ਹੈ ਰਾਜਾ ਕਾਮਰੂਪ ਦਾ। ਉਹ ਇੱਕ ਚਿੰਨ ਆਪ ਅਬ ਦੀਜੈ। ਹੇ ਸਵਾਮੀ ਪਾਤਸ਼ਾਹ ਜੀ, ਹੇ ਦੀਨਾਂ ਦੇ ਨਾਥ ਗਰੀਬ ਨਵਾਜ਼ ਸਤਿਗੁਰੂ ਜੀ, ਸੋ ਸਾਨੂੰ ਇੱਕ ਨਿਸ਼ਾਨੀ ਦਵੋ ਮਹਾਰਾਜ, ਇੱਕ ਚਿੰਨ ਦੇਣਾ ਕਰੋ। ਹਮ ਪਰ ਕਰੁਣਾ ਧਾਰ ਪ੍ਰਸੀਜੈ। ਮਹਾਰਾਜ ਸਾਡੇ ਉੱਤੇ ਕਿਰਪਾ ਦ੍ਰਿਸ਼ਟੀ ਧਾਰ ਕਰਕੇ ਮਾਰੇ ਪ੍ਰਸੀਜੇ ਪ੍ਰਸਾਦੋ।
ਲਾਗੀ ਪਨਹੀ ਕੈ ਹਮ ਦੇਹੂ। ਤੇ ਨਹੀਂ ਤਾਂ ਮਹਾਰਾਜ ਜੇ ਹੋਰ ਕੋਈ ਚਿੰਨ ਨਹੀਂ ਦੇਣਾ, ਆਪਣੇ ਜੋ ਚਰਨਾਂ ਦਾ ਜਿਹੜਾ ਇੱਕ ਜੋੜਾ ਹੀ ਮਹਾਰਾਜ ਸਾਨੂੰ ਦੇ ਦਵੋ। ਸਗਲ ਦੇਸ ਪੂਜਹਿ ਗੋ ਏਹੂ। ਸੋ ਇਹ ਸਾਰਾ ਜਿਹੜਾ ਕਾਮਰੂਪ ਦੇਸ਼ ਹੈ ਨਾ, ਆਪ ਜੀਆਂ ਦੇ ਚਰਨਾਂ ਦਾ ਜਿਹੜਾ ਜੋੜਾ ਹੈ ਉਸ ਦੀ ਪੂਜਾ ਕਰੇਗਾ ਜੀ। ਅਪਰ ਵਸਤ ਕਹਿ ਦੇਹੋ ਇਸ ਦੇਸ। ਸੋ ਮਹਾਰਾਜ ਜੀ ਇਹ ਵਸਤ ਸਾਡੇ ਦੇਸ਼ ਨੂੰ ਮਹਾਰਾਜ ਦੇਣੀ ਕਰੋ। ਜਿਸ ਤੇ ਸਰਦਾ ਧਰਹਿ ਵਿਸ਼ੇਸ਼। ਸੋ ਜਿਸ ਨਿਸ਼ਾਨੀ ਨੂੰ ਦੇ ਕਰਕੇ ਸਾਰੇ ਦੇਸ਼ ਦੇ ਜਿੰਨੇ ਵੀ ਇਸਤਰੀਆਂ ਮਨੁੱਖ ਹਨ ਆਪਣੇ ਹਿਰਦੇ ਦੇ ਵਿੱਚ ਬਹੁਤ ਜ਼ਿਆਦੀ ਸ਼ਰਧਾ ਨੂੰ ਧਾਰਨ ਕਰਨਗੇ। ਤਿਮ ਰਾਜਾ ਕੋ ਪ੍ਰੇਮ ਪਰੇਖਾ। ਸੋ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀਆਂ ਨੇ ਇਹ ਰਾਜੇ ਦਾ ਜਿਹੜਾ ਪ੍ਰੇਮ ਦੇਖਿਆ ਹੈ ਜੀ। ਕਿਰਪਾ ਦ੍ਰਿਸ਼ ਤੇ ਤਿਸ ਕੋ ਦੇਖਾ। ਸੋ ਬਹੁਤ ਕਿਰਪਾ ਕਰਕੇ ਆਪਣੇ ਸਤਿਗੁਰੂ ਸਾਹਿਬ ਜੀਆਂ ਨੇ ਦ੍ਰਿਸ਼ਟੀ ਦੇ ਨਾਲ ਕਿਰਪਾ ਕਰਕੇ ਕਾਮਰੂਪ ਦੇ ਰਾਜੇ ਨੂੰ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ ਦੇਖਿਆ ਹੈ ਜੀ। ਸ੍ਰੀ ਗੁਰੂ ਆਪਣੋ ਧਨੁਖ ਸੰਭਾਰਾ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ ਆਪਣੀ ਭੁਜਾਵਾਂ ਦੇ ਨਾਲ ਆਪਣੇ ਹੱਥਾਂ ਦੇ ਵਿੱਚ ਭਾਰੀ ਭੁਜਾਨ ਕੋ ਭਾਰੀ ਭਰੋਸੋ। ਸੋ ਇਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਭਾਰੀ ਭੁਜਾਵਾਂ ਵਾਲੇ ਗੁਰੂ ਪਾਤਸ਼ਾਹ ਜੀਆਂ ਨੇ ਆਪਣੇ ਹੱਥਾਂ ਦੇ ਵਿੱਚ ਜੋ ਧਨੁਖ ਹੈ ਉਸ ਨੂੰ ਸੰਭਾਲ ਲਿਆ, ਪਕੜ ਲਿਆ ਹੈ ਜੀ। ਤਰਕਸ ਤੇ ਇੱਕ ਬਾਣ ਨਿਕਾਰਾ। ਸੋ ਪੱਥੇ ਦੇ ਵਿੱਚੋਂ ਇੱਕ ਜਿਹੜਾ ਬਾਣ ਤੀਰ ਸੀ ਉਹ ਕੱਢ ਲਿਆ ਹੈ। ਧਰ ਕੈ ਦੇਹ ਕਾਣ ਲਗ ਤਾਨਾ। ਧਨਖ ਦੇ ਉੱਤੇ ਜਦੋਂ ਤੀਰ ਧਰਿਆ ਹੈ, ਤਾਣੀ ਦੇ ਤੁੰਦੀ ਦੇ ਉੱਤੇ ਰੱਖ ਕੇ ਜੋ ਤੀਰ ਕੰਨ ਤੋਂ ਕੰਨ ਤੱਕ ਖਿੱਚਿਆ ਹੈ ਪਾਤਸ਼ਾਹ ਜੀ ਨੇ। ਦੇਖਿਓ ਸਨਮੁਖ ਬਿਟਪ ਨਿਸ਼ਾਨਾ। ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਕਿਰਪਾ ਦ੍ਰਿਸ਼ਟੀ ਵਾਲੇ ਪਾਤਸ਼ਾਹ ਜੀਆਂ ਨੇ ਗਰੀਬ ਨਵਾਜ ਜੀ ਨੇ ਆਪਣੇ ਸਨਮੁਖ ਸਾਹਮਣੇ ਇੱਕ ਬਹੁਤ ਵੱਡਾ ਜੋ ਰੁੱਖ ਸੀ ਉਸ ਨੂੰ ਦੇਖਿਆ ਹੈ। ਤਿਸ ਕੋ ਤਾਕ ਧਨਖ ਤੇ ਤਿਆਗਿਓ। ਸੋ ਗੁਰੂ ਪਾਤਸ਼ਾਹ ਜੀਆਂ ਨੇ ਉਹ ਰੁੱਖ ਨੂੰ ਨਿਸ਼ਾਨਾ ਬੰਨ ਕੇ ਨਾ ਉਹ ਧਨਖ ਤੋਂ ਜਿਹੜਾ ਤੀਰ ਸੀ ਉਹ ਤੀਰ ਦਾ ਵਾਰ ਉਹ ਰੁੱਖ ਦੇ ਉੱਤੇ ਕੀਤਾ ਹੈ, ਤੀਰ ਨੂੰ ਛੱਡ ਦਿੱਤਾ ਹੈ ਜੀ। ਵੱਡੇ ਵੇਗ ਤੇ ਤਰਵਰ ਲਾਗਿਓ। ਬਹੁਤ ਤੇਜ਼ੀ ਦੇ ਨਾਲ, ਬਹੁਤ ਗਤੀ ਦੇ ਨਾਲ, ਤੇਜ਼ੀ ਦੇ ਨਾਲ ਜਾ ਕਰਕੇ ਉਹ ਤੀਰ ਉਹ ਰੁੱਖ ਦੇ ਵਿੱਚ ਜਾ ਗੱਡਿਆ ਹੈ, ਲੱਗ ਗਿਆ ਹੈ ਜੀ। ਭਲਕਾ ਭਈ ਪਾਰ ਇਮ ਗਇਓ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਜਾਣਨਾ ਕਰੋ, ਤੀਰ ਇਸ ਤਰ੍ਹਾਂ ਵੱਜਿਆ ਹੈ, ਉਹ ਜਿਹੜਾ ਤਣਾ ਸੀ ਨਾ ਰੁੱਖ ਦਾ ਉਸ ਤੋਂ ਪਾਰ ਲੰਘ ਗਿਆ ਹੈ। ਦੋਹੇ ਦੇਸ ਤਨਕ ਤਨਕ ਦਿਖ ਪਇਓ। ਸੋ ਦੋਵਾਂ ਦਿਸ਼ਾਵਾਂ ਤੋਂ ਉਹ ਤੀਰ ਥੋੜਾ ਥੋੜਾ ਤਣਕ ਮਾਤਰ ਜਿਹੜਾ ਤੀਰ ਸੀ ਨਾ ਰੁੱਖ ਦੇ ਤਣੇ ਦੇ ਵਿੱਚੋਂ ਦਿਖਦਾ ਹੈ। ਸਤਿਗੁਰ ਕਹਿਓ ਚਿੰਨ ਇਹ ਥਾਨ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ ਕਾਮਰੂਪ ਦੇ ਰਾਜੇ ਨੂੰ ਆਖਿਆ ਹੈ, ਹੇ ਰਾਜਨ ਇਸ ਸਥਾਨ ਤੇ ਇਹ ਸਾਡਾ ਚਿੰਨ ਹੈ, ਇਹ ਜੋ ਤੀਰ ਅਸੀਂ ਰੁੱਖ ਦੇ ਵਿੱਚ ਮਾਰਿਆ ਹੈ ਨਾ ਇਹ ਸਾਡੀ ਨਿਸ਼ਾਨੀ ਹੈ। ਪੂਜੈ ਸਗਲੇ ਸਰਦਾ ਠਾਨ। ਸੋ ਸਾਰੇ ਹਿਰਦੇ ਦੇ ਵਿੱਚ ਬਹੁਤ ਜ਼ਿਆਦੀ ਸ਼ਰਧਾ ਵਧਾ ਕਰਕੇ ਨਾ ਇਸ ਤੀਰ ਦੀ ਰੁੱਖ ਸਹਿਤ ਹੀ ਪੂਜਾ ਕਰਨੀ ਕਰਿਓ। ਵਿਗਨ ਦੇਸ਼ ਮਹਿ ਜੇ ਹੋਏ ਜਾਵੇ। ਜੇ ਕਦੀ ਵੀ ਤੁਹਾਡੇ ਦੇਸ਼ ਦੇ ਵਿੱਚ ਕੋਈ ਵਿਪਤਾ ਪੈ ਜਾਵੇ ਕੋ ਮਨਹੁ ਤੁਰਤ ਮਿਟਾਵੇ। ਸੋ ਇਹਦੀ ਜੋ ਸਾਡੀ ਨਿਸ਼ਾਨੀ ਹੈ ਨਾ ਇਸ ਦੀ ਪੂਜਾ ਕਰੋ, ਛੇਤੀ ਦੇ ਨਾਲ ਜਿਹੜੀ ਵਿਪਤਾ ਸੀ ਉਹ ਸੰਕਟ ਮਿਟ ਜਾਵੇਗਾ, ਨਾਸ਼ ਹੋ ਜਾਵੇਗਾ ਜੀ। ਉਹ ਬਾਂਛੈ ਫਲ ਕਿਸ ਬਿਦ ਕੋਏ। ਸੋ ਜਿਸ ਤਰ੍ਹਾਂ ਵੀ ਕਿਸੇ ਵਿਧੀ ਕਿਸੇ ਦੇ ਨਾਲ ਵੀ ਮਨ ਦੇ ਵਿੱਚ ਕੋਈ ਵੀ ਇੱਛਾ ਕਰੋਗੇ, ਫਲ ਦੀ ਇੱਛਾ ਕਰੋਗੇ, ਕੋਈ ਵੀ ਮਨ ਦੇ ਵਿੱਚ ਇੱਛਾ ਲਿਆਵੋਗੇ ਨਾ ਕਿਸੇ ਤਰੀਕੇ ਦੇ ਨਾਲ ਇਸ ਪੂਜਾ ਹੈ ਸੋ ਪ੍ਰਾਪਤ ਹੋਏ। ਸੋ ਇਸ ਨਿਸ਼ਾਨੀ ਹੈ ਰੁੱਖ ਦੀ, ਇਹ ਜੋ ਤੀਰ ਗੱਡੇ ਹੋਏ ਰੁੱਖ ਦੀ ਜਿਹੜੀ ਨਿਸ਼ਾਨੀ ਹੈ ਨਾ ਇਸ ਨੂੰ ਪੂਜਾ ਕਰੋ। ਇਸ ਦੀ ਪੂਜਾ ਕਰਕੇ ਉਹ ਸਾਰੀਆਂ ਜੋ ਮਨ ਦੀਆਂ ਇੱਛਾਵਾਂ ਫਲ ਹੈ ਉਸ ਨੂੰ ਪ੍ਰਾਪਤ ਕਰ ਲਵੋਗੇ। ਦਿਵਸ ਆਜ ਕੇ ਕੀਜਹਿ ਮੇਲਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ ਸਾਧ ਸੰਗਤ ਜੀਓ ਇਹ ਕਾਮਰੂਪ ਦੇ ਰਾਜੇ ਨੂੰ ਇਹ ਹੁਕਮ ਕੀਤਾ ਹੈ ਕਿ ਅੱਜ ਦੇ ਦਿਨ ਤੁਸੀਂ ਇਹ ਦੇਸ਼ ਦੇ ਵਿੱਚ ਬਹੁਤ ਵੱਡਾ ਜੋ ਉਤਸ਼ਾਹ ਜੋ ਮੇਲਾ ਹੈ ਨਾ ਉਤਸ਼ਾਹ ਮਨਾਉਣਾ ਕਰੋ, ਮੇਲਾ ਮਨਾਵੋ। ਸਗਲ ਦੇਸ਼ ਨਰ ਕਰਹੁ ਸਕੇਲਾ। ਤੇ ਜਿੰਨੇ ਵੀ ਲਾਗੇ ਦੇ ਦੇਸ਼ ਹਨ ਅਤੇ ਦੇਸ਼ ਦੇ ਜਿੰਨੇ ਵੀ ਨਗਰਾਂ ਸ਼ਹਿਰਾਂ ਦੇ ਵਿੱਚ ਲੋਕ ਹਨ ਸਾਰਿਆਂ ਨੂੰ ਇਕੱਤਰ ਕਰ ਲਵੋ। ਮਨਹੁ ਮਹਾ ਮਹਾਤਮ ਪਾਵਹੁ। ਸੋ ਕਹਿੰਦੇ ਇਸ ਨੂੰ ਮੰਨ ਕਰਕੇ ਨਾ ਬਹੁਤ ਵੱਡਾ ਮਹਾਤਮ ਹੈ, ਜਿਹੜਾ ਬਹੁਤ ਵੱਡਾ ਫਲ ਹੈ ਉਸ ਨੂੰ ਪ੍ਰਾਪਤ ਕਰ ਲਵੋ। ਦੀਪ ਨਹੀਂ ਵੇਦ ਚੜਾਵਹੁ। ਤੇ ਸਦਾ ਇੱਥੇ ਜਿਹੜੀ ਧੂਫ ਹੈ ਸੁਗੰਧੀਆਂ ਹਨ, ਇਸ ਧੂਫ ਅਤੇ ਸੁਗੰਧੀਆਂ ਨੂੰ ਇੱਥੇ ਚੜਾਉਣਾ ਕਰੋ। ਵੇਗ ਕਹਿੰਦੇ ਜੋ ਪ੍ਰਸ਼ਾਦ ਹੈ ਮਿੱਠਾ ਪ੍ਰਸ਼ਾਦ ਹੈ ਇੱਥੇ ਚੜਾਵੋ। ਸੁਨ ਸਰਦਾ ਧਰ ਭੂਪਤ ਠਾਨੇ। ਸੋ ਸਾਧ ਸੰਗਤ ਜੀਓ ਇਹ ਕਾਮਰੂਪ ਦੇ ਰਾਜੇ ਨੇ ਸੁਣ ਕੇ ਨਾ ਹਿਰਦੇ ਦੇ ਵਿੱਚ ਬਹੁਤ ਜ਼ਿਆਦੀ ਸ਼ਰਧਾ ਵਧਾਈ ਹੈ,
ਮਹਾਰਾਜ ਜੀਆਂ ਦੇ ਬਚਨਾਂ ਨੂੰ ਮੰਨਿਆ ਹੈ। ਵਿਪਰ ਬਿਠਾਰਿਓ ਕਰ ਇਸ ਥਾਨੀ ਸੋ ਉਸ ਸਥਾਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਬਚਨ ਮੰਨ ਕੇ ਸਾਧ ਸੰਗਤ ਜੀ ਇੱਕ ਪੰਡਤ ਨੂੰ, ਇੱਕ ਬ੍ਰਾਹਮਣ ਨੂੰ ਬਿਠਾਇਆ ਹੈ। ਨਿਤ ਪੰਚਾਮ੍ਰਿਤ ਕੋ ਕਰਵਾਏ ਸੋ ਉਹ ਜਿਹੜਾ ਪੁਜਾਰੀ ਹੈ ਨਾ, ਨਿਤਾ ਪ੍ਰਤੀ ਹੀ ਜੋ ਪੰਚਾਮ੍ਰਿਤ ਕੜਾਹ ਪ੍ਰਸ਼ਾਦੀ ਦੇ ਕਰਾਉਂਦਾ ਹੈ। ਆਨਹਿ ਤਹਾਂ ਦੇਹ ਵਰਤਾਏ ਸੋ ਜਿਹੜਾ ਵੀ ਉੱਥੇ ਆਉਂਦਾ ਹੈ ਸਾਰਿਆਂ ਨੂੰ ਉਹ ਦੇਗ ਕੜਾਹ ਪ੍ਰਸ਼ਾਦੀ ਦੇਗ ਵਰਤਾਉਂਦਾ ਹੈ। ਸਰਬ ਭਾਂਤ ਕੀ ਪੂਜ ਕਰਾਏ ਸੋ ਅਨੇਕਾਂ ਤਰੀਕਿਆਂ ਦੇ ਨਾਲ ਉਹ ਰਾਜੇ ਨੇ ਉੱਥੇ ਪੂਜਾ ਕਰਵਾਈ ਹੈ। ਮਨ ਬਾਂਸ ਤਹਿ ਤੇ ਫਲ ਪਾਏ ਸੋ ਮਨ ਬਾਂਛਤ ਸਾਧ ਸੰਗਤ ਜੀਓ, ਕਵੀ ਜੀ ਕਹਿੰਦੇ ਉੱਥੋਂ ਫਲ ਪ੍ਰਾਪਤ ਕਰਦੇ ਹਨ ਜਿਹੜੇ ਵੀ ਉੱਥੇ ਪੂਜਾ ਕਰਦੇ ਸੀ। ਐਵੇਂ ਸਤਿਗੁਰੂ ਨਿਰਭਤਉ ਮਿਲਾਏ ਸੋ ਇਸ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਜੀ ਫਰਮਾਉਂਦੇ ਹਨ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ ਰਾਜੇ ਬਿਸ਼ਨ ਸਿੰਘ ਅਤੇ ਕਾਮਰੂਪ ਦੇਸ਼ ਦੇ ਰਾਜੇ ਨੂੰ, ਇਹਨਾਂ ਦੋਵਾਂ ਨੂੰ ਮਿਲਾ ਦਿੱਤਾ ਹੈ ਜੀ। ਸਭ ਕੇ ਸੁਨਤਿਓ ਬਾਕ ਅਲਾਏ ਸੋ ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਸਾਹਿਬ ਜੀਆਂ ਨੇ ਬਾਗ ਬਚਨ ਕੀਤੇ ਹਨ। ਤੁਮ ਦੋਨੋਂ ਭੂਪਤ ਬੁੱਧਵੰਤੇ ਸੋ हे ਰਾਜਨ, ਤੁਸੀਂ ਦੋਵੇਂ ਹੀ ਰਾਜਨ ਬਹੁਤ ਸਿਆਣੇ ਹੋ, ਚਤੁਰ ਹੋ। ਹਮ ਤੇ ਸੁਨੋ ਬਾਕ ਹਿਤਵੰਤੇ ਤੋ ਆਪਣੇ ਭਲੇ ਵਾਸਤੇ, ਆਪਣੇ ਹਿੱਤ ਵਾਸਤੇ ਨਾ ਸਾਡੇ ਤੋਂ ਇਹ ਭਲੇ ਦੇ ਜਿਹੜੇ ਬਚਨ ਹਨ, ਇਹ ਸ਼ੁਭ ਬਚਨ ਸੁਣਨਾ ਕਰੋ, ਸ਼ਰਵਣ ਕਰੋ। ਖੰਜਰ ਹਮ ਗੱਡ ਹੈ ਅਵਨੀ ਹੁਣ ਇਹ ਜਿਹੜਾ ਖੰਜਰ ਹੈ ਨਾ, ਜਿਸ ਧਰਤੀ ਦੇ ਉੱਤੇ ਅਸੀਂ ਜਿੱਥੇ ਗੱਡਾਂਗੇ ਬਸਦੀ ਤਹਾਂ ਬਸਾਵਹਿ ਰਵਣੀ ਸੋ ਕਹਿੰਦੇ ਉੱਥੇ ਅਸੀਂ ਇੱਕ ਨਗਰ ਵਸਾਵਾਂਗੇ, ਬਹੁਤ ਵੱਡਾ ਜਿਹੜਾ ਪਿੰਡ ਹੈ ਉੱਥੇ ਵਸਾਵਾਂਗੇ, ਜਿੱਥੇ ਇਹ ਧਰਤੀ ਦੇ ਵਿੱਚ ਖੰਜਰ ਗੱਡ ਦਵਾਂਗੇ ਜੀ। ਹੱਦ ਕਰਹਿ ਦੋਹੇ ਰਾਜਨ ਕੇਰੀ ਸੋ ਇਹ ਦੋਵੇਂ ਰਾਜਿਆਂ ਦੀ ਜਿਸ ਤਰ੍ਹਾਂ ਬਾਰਡਰ ਬਣ ਜਾਂਦਾ ਦੋਵਾਂ ਦੇਸ਼ਾਂ ਦਾ, ਸੋ ਇਹ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਦੋਵੇਂ ਰਾਜਾਂ ਦੀ, ਦੋਵੇਂ ਦੇਸ਼ਾਂ ਦੀ, ਦੋਵੇਂ ਰਾਜਿਆਂ ਦੇ ਜਿਹੜੇ ਰਾਜ ਹਨ, ਦੋਵੇਂ ਰਾਜਿਆਂ ਦੀ ਇਹ ਜੋ ਹੱਦ ਬਣ ਜਾਵੇਗੀ ਜੀ। ਰਹਿ ਪਤ ਸਾਹੀ ਸੈਨ ਕਨੇਰੀ ਸੋ ਕਹਿੰਦੇ ਸਦਾ ਹੀ ਇਹਦੀ ਹੱਦ ਤੇ ਬਹੁਤ ਜ਼ਿਆਦੀ ਜਿਹੜੀ ਫੌਜ ਹੈ ਰਹਾ ਕਰੇਗੀ ਜੀ। ਏਤ ਇਹ ਰਹਿ ਨਾ ਆਗੇ ਜਾਵੇ ਤੇ ਹਿੱਤ ਰਹੇ, ਕਹਿੰਦੇ ਇੱਥੇ ਹੀ ਰਵੇਗੀ ਫੌਜ, ਇਹ ਬਾਰਡਰ ਤੇ ਰਵੇਗੀ, ਇੱਧਰ ਦੀ ਉੱਧਰ ਨਹੀਂ ਜਾਵੇਗੀ ਫੌਜ, ਉੱਧਰ ਦੀ ਇੱਧਰ ਨਹੀਂ ਜਾਵੇਗੀ ਜੀ। ਨਹਿ ਵਿਰੋਧ ਕੋ ਬਾਹਰ ਉਠਾਵੇ ਤੇ ਨਾ ਹੀ ਕੋਈ ਬਾਅਦ ਦੇ ਵਿੱਚ ਕੋਈ ਵੈਰ ਵਿਰੋਧ ਦੁਸ਼ਮਣੀ ਉਠਾਵੇਗਾ, ਨਾ ਕੋਈ ਲੜੇਗਾ, ਤੇ ਨਾ ਹੀ ਕੋਈ ਇੱਕ ਦੂਸਰੇ ਦੇਸ਼ ਦਾ ਕੋਈ ਵਿਰੋਧ ਕਰੇਗਾ। ਪਾਤਸ਼ਾਹੀ ਕੀ ਚੌਕੀ ਰਹਿ ਸੋ ਕਹਿੰਦੇ ਇਹ ਤੁਹਾਡੀ ਜਿਹੜੀ ਚੌਂਕੀ ਹੈ ਨਾ, ਇਹ ਜਿਹੜੀ ਇੱਥੇ ਹੱਦ ਹੈ ਪਾਤਸ਼ਾਹੀ ਦੀ, ਕਹਿੰਦੇ ਸਦਾ ਹੀ ਇੱਥੇ ਰਵੇਗੀ। ਬਾਦਸ਼ਾਹ ਜਿਹੜਾ ਨਰੰਗਾ ਹੈ ਨਾ ਤੁਰਕ, ਕਹਿੰਦੇ ਉਹਦੀ ਚੌਂਕੀ, ਸੋ ਇਹਦੀ ਜਿਹੜੀ ਫੌਜ ਹੈ ਇਧਰ ਹੱਦ ਪਰਲੀ ਹੱਦ ਤੇ ਉਹਦੀ ਚੌਂਕੀ ਫੌਜ ਰਵੇਗੀ ਜੀ। ਤੈ ਹਮ ਗ੍ਰਾਮ ਬਸਾਇਆ ਹੋ ਚਾਹੈ ਸੋ ਅਸੀਂ ਹੁਣ ਚਾਹੁੰਦੇ ਹਾਂ ਉਸ ਜਗ੍ਹਾ ਤੇ ਗ੍ਰਾਮ ਵਸਾਉਣਾ। ਗ੍ਰਾਮ ਬਸਾਵੈ ਹੱਦ ਕੇ ਹੇਤ ਸੋ ਹੱਦ ਦੇ ਵਾਸਤੇ, ਹੱਦ ਕਰਕੇ ਇਹ ਦੋਵਾਂ ਦੇਸ਼ਾਂ, ਦੋਵੇਂ ਰਾਜਿਆਂ ਦੀ ਹੱਦ ਕਰਕੇ ਅਸੀਂ ਉਹ ਜਿਹੜਾ ਗ੍ਰਾਮ ਹੈ, ਪਿੰਡ ਹੈ, ਉਹ ਵਸਾਉਣਾ ਹੈ ਜੀ। ਨਿਰਪ ਸੁਨ ਦੋਨੋਂ ਹਰਖ ਸਮੇਤ ਸੋ ਇਹ ਸਤਿਗੁਰੂ ਸਾਹਿਬ ਜੀਆਂ ਦੇ ਬਚਨ ਸੁਣ ਕਰਕੇ ਦੋਵੇਂ ਰਾਜੇ ਹੀ ਬਹੁਤ ਜ਼ਿਆਦਾ ਖੁਸ਼ ਪ੍ਰਸੰਨ ਹੋਏ ਹਨ। ਆਪੋ ਆਪਣੀ ਕਰ ਮਿਰਜ਼ਾਦਾ ਸੋ ਆਪੋ ਆਪਣੀ ਮਰਿਆਦਾ ਇਹਨਾਂ ਨੇ ਕੀਤੀ ਹੈ, ਜਿਸ ਤਰ੍ਹਾਂ ਆਪੋ ਆਪਣੀ ਮਰਿਆਦਾ ਦੇ ਅਨੁਸਾਰ ਇਹਨਾਂ ਨੇ ਕਾਰਜ ਕੀਤੇ ਹਨ। ਦੋਹੇ ਜਿਸ ਰਹਿ ਧਰੇ ਅਹਲਾਦਾ ਸੋ ਦੋਵੇਂ ਦਿਸ਼ਾਵਾਂ ਤੇ ਇਹ ਦੋਵੇਂ ਰਾਜੇ ਰਹਿੰਦੇ ਹਨ, ਤੇ ਬਹੁਤ ਹੀ ਜ਼ਿਆਦੀ ਸਾਧ ਸੰਗਤ ਜੀਓ ਇਹ ਦੋਵੇਂ ਰਾਜਿਆਂ ਨੇ ਖੁਸ਼ੀ ਧਾਰਨ ਕੀਤੀ, ਬਹੁਤ ਜ਼ਿਆਦਾ ਪ੍ਰਸੰਨ ਹੋਏ ਹਨ। ਗੁਰ ਕੋ ਬਾਗਮਾਨ ਕਰਨੀਕਾ ਸੋ ਸਤਿਗੁਰ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦਾ ਚੰਗੇ ਬਚਨ ਮੰਨ ਕਰਕੇ, ਸ੍ਰੇਸ਼ਟ ਬਚਨ ਮੰਨ ਕੇ ਆਦਰ ਕਰਿਓ ਬਿਸ਼ਨ ਸਿੰਘ ਜੀ ਕਾ ਸੋ ਰਾਵਰ, ਸੋ ਇਸੇ ਤਰ੍ਹਾਂ ਫਿਰ ਪੜੋ ਜੀ। ਆਦਰ ਕਰਿਓ ਬਿਸ਼ਨ ਸਿੰਘ ਜੀ ਕਾ ਸੋ ਬਿਸ਼ਨ ਸਿੰਘ ਦਾ ਕਾਮਰੂਪ ਦੇਸ਼ ਦੇ ਰਾਜੇ ਨੇ ਬਿਸ਼ਨ ਸਿੰਘ ਰਾਜੇ ਦਾ ਬਹੁਤ ਆਦਰ ਮਾਣ ਸਤਿਕਾਰ ਕੀਤਾ ਹੈ। ਕੰਚਨ ਬਸਤਰ ਤੁਰੰਗਮ ਦੀਨੇ ਸੋ ਕੰਚਨ ਬਹੁਤ ਜ਼ਿਆਦੀਆਂ ਸੋਨੇ ਦੀਆਂ ਮੋਹਰਾਂ ਦਿੱਤੀਆਂ ਹਨ, ਤੇ ਰੇਸ਼ਮੀ ਕੱਪੜੇ ਦੇ ਬਸਤਰ, ਤੇ ਬਹੁਤੇ ਜਿਹੜੇ ਬਲੀ ਘੋੜੇ ਹਨ ਇਹ ਰਾਜੇ ਬਿਸ਼ਨ ਸਿੰਘ ਨੂੰ ਭੇਟਾਂ ਵਜੋਂ ਕਾਮਰੂਪ ਦੇ ਰਾਜੇ ਨੇ ਦਿੱਤੇ ਹੈ ਜੀ। ਦੇ ਕਰ ਧਨ ਸਨਮਾਨਤ ਕੀਨੇ ਤੇ ਬਹੁਤ ਜ਼ਿਆਦਾ ਧਨ ਦੇ ਕਰਕੇ ਇਹ ਰਾਜੇ ਬਿਸ਼ਨ ਸਿੰਘ ਦਾ ਸਨਮਾਨ ਕੀਤਾ ਹੈ। ਲੈ ਕਰ ਵਿਦਾ ਭਏ ਚਲ ਆਏ ਸੋ ਗੁਰੂ ਪਾਤਸ਼ਾਹ ਸੋ ਇਹ ਰਾਜੇ ਦੇ ਵਿਦਾ ਲੈ ਕਰਕੇ ਨਾ ਕਾਮਰੂਪ ਦੇ ਪਾਸੋਂ ਬਿਸ਼ਨ ਸਿੰਘ ਰਾਜਾ
ਇਹ ਵਿਦਾ ਲੈ ਕਰਕੇ ਆਗਿਆ ਲੈ ਕਰਕੇ ਆਪਣੇ ਦੇਸ਼ ਵਾਪਸ ਜਿੱਥੇ ਪਹਿਲਾਂ ਡੇਰਾ ਕੀਤਾ ਸੀ ਬ੍ਰਹਮਪੁੱਤਰ ਦਰਿਆ ਦੇ ਪਾਸ ਉਥੇ ਵਾਪਸ ਆ ਗਏ ਹਨ। ਜਦ ਨੌਕਾ ਨਦ ਤੇ ਉਤਰ ਆਏ ਸੋ ਕਹਿੰਦੇ ਨੌਕਾ ਤੇ ਚੜ ਕੇ ਪਰਲੇ ਪਾਰ ਉਤਰ ਗਏ ਹਨ। ਆਵਤ ਵਿਜੈ ਨਿਸ਼ਾਨ ਬਜਾਏ ਆਹੋ। ਸੋ ਤਦੋਂ ਆਉਂਦਿਆਂ ਹੀ ਰਾਜੇ ਬਿਸ਼ਨ ਸਿੰਘ ਨੇ ਜਿੱਤ ਦਾ ਜਿਹੜਾ ਨਗਾੜਾ ਹੈ ਨਾ, ਇਹ ਨਗਾੜੇ ਦੇ ਚੋਟਾਂ ਲਾ ਦਿੱਤੀਆਂ ਹਨ ਜੀ। ਤੋਪ ਤੁਪਕ ਸਲਖੈ ਛਡਵਾਏ ਆਹੋ। ਸੋ ਤੋਪਾਂ ਦੇ ਵਿੱਚੋਂ ਜਿਹੜੇ ਗੋਲੇ ਹਨ, ਬੰਦੂਕਾਂ ਦੇ ਵਿੱਚੋਂ ਗੋਲੀਆਂ, ਇਹ ਸਲਖਾਂ ਇੱਕ ਰਾਹ ਬਹੁਤ ਜ਼ਿਆਦਾ ਇਹਨਾਂ ਨੇ ਫਾਇਰ ਕੀਤੇ ਹਨ, ਗੋਲੇ ਛੱਡੇ ਹਨ, ਤੋਪਾਂ ਦੇ ਵਿੱਚੋਂ ਜਿੱਤ ਦੇ ਨਗਾੜੇ ਵਜਾਏ ਹਨ। ਲਿਖਿਓ ਫਤਿਹਨਾਮਾ ਤਤਕਾਲ। ਸੋ ਸਾਧ ਸੰਗਤ ਜੀਓ ਛੇਤੀ ਦੇ ਨਾਲ ਰਾਜੇ ਬਿਸ਼ਨ ਸਿੰਘ ਨੇ ਜਿਹੜਾ ਫਤਿਹਨਾਮਾ ਹੈ ਨਾ, ਜਿੱਤ ਦੀ ਚਿੱਠੀ ਲਿਖਵਾਈ ਹੈ, ਜਫਰਨਾਮਾ ਜੋ ਚਿੱਠੀ ਲਿਖਵਾਈ ਹੈ, ਸੋ ਜਿੱਤ ਦੀ ਜੋ ਚਿੱਠੀ ਲਿਖਵਾਈ ਹੈ ਬਿਸ਼ਨ ਸਿੰਘ ਨੇ ਚਿੱਠੀ ਲਿਖਵਾ ਲਈ ਹੈ। ਸੋ ਇਸ ਤਰ੍ਹਾਂ ਇਹ ਜਿੱਤ ਗਿਆ ਹੈ ਰਾਜਾ ਬਿਸ਼ਨ ਸਿੰਘ। ਬਹੁਤ ਦੇ ਉਤਸਵ ਕੀਤੇ ਹਨ ਰਾਜੇ ਬਿਸ਼ਨ ਸਿੰਘ ਨੇ, ਤੇ ਤੋਪਾਂ ਦੀ ਗੋਲੀਆਂ ਦੀ ਸਲਾਮੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ ਰਾਜੇ ਬਿਸ਼ਨ ਸਿੰਘ ਨੂੰ ਜਿਤਾ ਦਿੱਤਾ। ਸਾਧ ਸੰਗਤ ਜੀਓ ਤਦੋਂ ਰਾਜੇ ਬਿਸ਼ਨ ਸਿੰਘ ਨੇ ਜੋ ਜਿੱਤ ਦੀ ਚਿੱਠੀ ਹੈ ਉਹ ਛੇਤੀ ਦੇ ਨਾਲ ਲਿਖਵਾ ਲਈ ਹੈ ਅਤੇ ਦਿੱਲੀ ਪੱਠੇ ਕੇ ਨਾਲ ਤੇ ਦਿੱਲੀ ਜੋ ਤੁਰਕ ਜੋ ਨਰੰਗਾ ਸੀ ਨਾ, ਔਰੰਗਜ਼ੇਬ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਉਹ ਜਿੱਤ ਦੀ ਚਿੱਠੀ ਲਿਖਾ ਕਰਕੇ ਨਾ ਇਹ ਬਿਸ਼ਨ ਸਿੰਘ ਰਾਜੇ ਨੇ ਬਹੁਤ ਛੇਤੀ ਦੇ ਨਾਲ ਭੇਜ ਦਿੱਤੀ ਹੈ। ਸੋ ਧੰਨ ਸਾਹਿਬ ਸ੍ਰੀ ਗੁਰੂ ਮਹਾਰਾਜ ਸਾਹਿਬ ਜੀਆਂ ਦੀ ਕਿਰਪਾ ਸਦਕਾ ਇਹ ਪਾਵਨ ਪਵਿੱਤਰ ਪ੍ਰਸੰਗਾਂ ਦੀ ਇੱਥੋਂ ਤੱਕ ਕਥਾ ਵਿਚਾਰ ਆਈ ਹੈ। ਸਤਿਗੁਰੂ ਸਾਹਿਬ ਜੀਆਂ ਦੀ ਮਹਾਨ ਕਥਾ ਵਿਚਾਰ ਕਰਦਿਆਂ ਜੀਵਨ ਕੌਤਕਾਂ ਨੂੰ ਸੁਣਾਉਂਦਿਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਸਾਧ ਸੰਗਤ ਜੀਓ ਅਗਾਂਹ ਤੋਂ ਸ੍ਰੇਸ਼ਟ ਮੱਤ ਬਖਸ਼ਣੀ, ਸ੍ਰੇਸ਼ਟ ਮੱਤ ਦੇ ਨਾਲ ਕਥਾ ਵਿਚਾਰਾ ਕਰਨ ਦੀ ਦਾਤ ਆ ਜਾਣੀ। ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ। ਹੁਣ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੇ। ਆਵਤ ਵਿਜੈ ਨਿਸ਼ਾਨ ਬਜਾਇਆ ਹੋ, ਤੋਪ ਤੁਪਕ ਸਲਖੈ ਛਡਵਾਇਆ ਹੋ। ਲਿਖਿਓ ਫਤਿਹਨਾਮਾ ਤਤਕਾਲ, ਦਿੱਲੀ ਪਠਿਓ ਬੇਗ ਕੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।